बोल सियापति रामचंद्र महाराज की जय। प्रभु श्री रामचंद्र जी अते सीता जी दे जीवन की कथा। बोल सियापति रामचंद्र महाराज की जय। पवन सुत हनुमान की जय। गौरी नंदन गणेश महाराज की जय। अपने अपने गुरु महाराज की जय। हे मेरी माई सच्चियां जोतां वाली माता जी तुहाडी सदाई जय। तुलसी कृत रमायण कथा कयो अनुसार सियापति राम जय जय राम। मेरे मन बस्यो सीता राम। करो कल्याण जय हनुमान। करो कल्याण जय प्रभु राम। जदों भी धरती पर पाप अधर्म अत्याचार जुलम दैंत ते हंकारी शैतानी शक्तियां पराए धन ਅਤੇ पराई इस्त्री ਦੇ ਲੋਭੀ ਵੱਧ ਜਾਂਦੇ ਹਨ। ਭਾਵ ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ, ਬ੍ਰਾਹਮਣ ਗਊ ਦੇਵਤੇ ਤੇ ਭਲੇ ਪੁਰਸ਼ ਦੁਖੀ ਹੋ ਜਾਂਦੇ ਹਨ। ਤਦੋਂ ਪ੍ਰਭੂ ਕਿਰਪਾ ਨਿਧਾਨ ਭਗਵਾਨ ਅਨੇਕ ਪ੍ਰਕਾਰ ਦੇ ਸਰੀਰ ਧਾਰਨ ਕਰਕੇ ਧਰਤੀ ਤੇ ਆਉਂਦੇ ਤੇ ਕਲੇਸ਼ਾਂ ਨੂੰ ਦੂਰ ਕਰਦੇ ਹਨ। ਉਹ ਦੈਂਤਾਂ ਨੂੰ ਮਾਰ ਕੇ ਦੇਵਤਿਆਂ ਤੇ ਸੱਜਣ ਪੁਰਸ਼ਾਂ ਨੂੰ ਸੁਖ ਅਤੇ ਧੀਰਜ ਦਿੰਦੇ ਹਨ। ਅਨੀਤ ਤੇ ਅਨਿਆਏ ਨੂੰ ਦੂਰ ਕਰਦੇ ਹਨ। ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਉਸ ਸਮੇਂ ਤੋਂ ਇਸ ਧਰਤੀ ਤੇ ਸਮੇਂ ਅਨੁਸਾਰ ਪ੍ਰਭੂ ਅਵਤਾਰ ਧਾਰਨ ਕਰਦੇ ਰਹਿੰਦੇ ਹਨ। ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਅਵਤਾਰ ਧਾਰਨ ਦਾ ਵੀ ਐਸਾ ਹੀ ਕਾਰਨ ਹੈ। ਸ਼੍ਰੀ ਰਾਮਚੰਦਰ ਜੀ ਜੋ ਸੂਰਮਿਆਂ ਵਿੱਚੋਂ ਸਭ ਤੋਂ ਵੱਡੇ ਸੂਰਮੇ, ਸੁੰਦਰ ਜਵਾਨਾਂ ਵਿੱਚੋਂ ਸਭ ਤੋਂ ਚੰਗੇ ਸੁੰਦਰ ਜਵਾਨ ਤੇ ਵਿਸ਼ਨੂੰ ਅਵਤਾਰਾਂ ਵਿੱਚੋਂ ਸਭ ਤੋਂ ਵੱਡੇ ਅਵਤਾਰ ਮੰਨੇ ਗਏ ਹਨ। ਜਦੋਂ ਰਾਵਣ ਨੇ ਆਪਣੇ ਬਾਹੂਬਲ ਨਾਲ ਪ੍ਰਿਥਵੀ ਵਸ ਵਿੱਚ ਕਰ ਲਈ, ਭਾਵ ਜਦੋਂ ਸ੍ਰਿਸ਼ਟੀ ਦੇ ਸਾਰੇ ਜੀਵ ਰਾਵਣ ਦੇ ਅਧੀਨ ਹੋ ਗਏ, ਜਗਤ ਤੇ ਪਾਪ ਖਿਲਰ ਗਿਆ, ਚਾਰੇ ਪਾਸੇ ਹਾਹਾਕਾਰ ਮਚ ਗਈ। ਸੰਸਾਰ ਵਿੱਚ ਐਸਾ ਭ੍ਰਿਸ਼ਟਾਚਾਰ ਫੈਲ ਗਿਆ ਕਿ ਧਰਮ ਕਿਸੇ ਪਾਸੇ ਦਿਖਾਈ ਨਹੀਂ ਦਿੰਦਾ ਸੀ। ਰਾਖਸ਼ ਮਾਇਆ ਨਾਲ ਅਨੇਕਾਂ ਰੂਪ ਧਾਰ ਕੇ ਬੜੇ ਜ਼ੁਲਮ ਕਰਦੇ ਅਤੇ ਜਿੱਥੇ ਕਿਤੇ ਬ੍ਰਾਹਮਣਾਂ ਅਤੇ ਗਊਆਂ ਨੂੰ ਦੇਖਦੇ, ਉਸ ਨਗਰ ਤਥਾ ਪਿੰਡ ਨੂੰ ਅੱਗ ਲਾ ਦਿੰਦੇ। ਰਾਵਣ ਸਾਰੇ ਫਿਰ ਆਇਆ। ਉਸਨੇ ਆਪਣੇ ਵਰਗਾ ਯੋਧਾ ਕਿਧਰੇ ਨਾ ਪਾਇਆ, ਕਿਉਂਕਿ ਰਾਵਣ ਨੇ ਸਾਰੇ ਦੇਵਤੇ ਜਿੱਤੇ ਸਨ ਅਤੇ ਕਾਲ ਨੂੰ ਪਾਵੇ ਨਾਲ ਬੰਨਿਆ ਸੀ। ਉਹ ਇੱਕ ਵੱਡੇ ਪਰਿਵਾਰ ਵਾਲਾ ਅਤੇ ਬਲ ਵਾਲਾ ਹੰਕਾਰੀ ਸੀ। ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ ਸੀ। ਹੰਕਾਰ ਨੇ ਉਸ ਨੂੰ ਘੇਰ ਰੱਖਿਆ ਸੀ। ਗੱਲ ਕੀ ਕਿ ਸ੍ਰਿਸ਼ਟੀ ਦੇ ਸਾਰੇ ਜੀਵ ਜਦੋਂ ਰਾਵਣ ਦੇ ਅਧੀਨ ਹੋ ਗਏ, ਹਰ ਪਾਸੇ ਹਾਹਾਕਾਰ ਮਚ ਗਈ, ਤਾਂ ਤੇਨ ਰੂਪ ਧਰ ਧਰਨ ਵਿਚਾਰੀ ਗਈ ਤਹਾਂ ਜਹਾਂ ਸੁਰ ਮੁਨੀ ਪਾਰੀ। ਨਿਜ ਸੰਤਾਪ ਸੁਨਾਏ ਸਰੋਈ ਕਾਹੂ ਤੇ ਕੁਛ ਕਾਜ ਨਾ ਹੋਈ। ਗੋਸਵਾਮੀ ਤੁਲਸੀਦਾਸ ਜੀ ਫਰਮਾਉਂਦੇ ਹਨ ਕਿ ਪ੍ਰਿਥਵੀ ਵਿਚਾਰੀ ਗਊ ਦਾ ਰੂਪ ਧਾਰਨ ਕਰਕੇ ਉੱਥੇ ਪੁੱਜੀ ਜਿੱਥੇ ਸਾਰੇ ਦੇਵਤੇ ਤੇ ਮੁਨੀ ਲੋਕ ਸਨ। ਉਸਨੇ ਆਪਣਾ ਦੁੱਖ ਰੋ ਕੇ ਸੁਣਾਇਆ, ਪਰ ਕਿਸੇ ਕੋਲੋਂ ਉਸ ਨੂੰ ਆਸ ਨਾ ਹੋਈ। ਸਾਰੇ ਦੇਵਤੇ ਮਿਲ ਕੇ ਬ੍ਰਹਮਾ ਜੀ ਪਾਸ ਗਏ। ਬ੍ਰਹਮਾ ਜੀ ਨੇ ਜਾਣ ਲਿਆ ਕਿ ਉਹਨਾਂ ਦਾ ਆਉਣਾ ਕਿਸ ਪ੍ਰਥਾਏ ਸੀ। ਉਹ ਵੀ ਬੋਲਿਆ, ਮੈਥੋਂ ਕੁਝ ਨਹੀਂ ਹੋ ਸਕਦਾ। ਜਿਸ ਦੀ ਤੂੰ ਦਾਸੀ ਹੈ ਉਹ ਹੀ ਸਭ ਕੁਝ ਕਰੇਗਾ, ਚਿੰਤਾ ਨਾ ਕਰ। ਧਰਨ ਤਰੋ ਮਨ ਧੀਰ ਕਹਿ ਬਰੰਚ ਹਰ ਪਦ ਸੁਮਰ। ਜਾਨਤ ਜਨ ਕੀ ਪੀਰ ਪ੍ਰਭੂ ਭਜਹਿ ਦਾਰਨ ਬਿਪਤ। ਹਰੀ ਦੇ ਚਰਨਾਂ ਦਾ ਧਿਆਨ ਧਰ ਕੇ ਬ੍ਰਹਮਾ ਜੀ ਬੋਲੇ, ਹੇ ਧਰਤੀ, ਮਨ ਵਿੱਚ ਧੀਰਜ ਰੱਖ। ਪ੍ਰਭੂ ਆਪਣੇ ਭਗਤਾਂ ਦੀ ਪੀੜਾ ਨੂੰ ਜਾਣਦੇ ਹਨ। ਉਹ ਛੇਤੀ ਹੀ ਕਠਿਨ ਵਿਪਤਾ ਨੂੰ ਦੂਰ ਕਰਨਗੇ। ਸਾਰੇ ਦੇਵਤੇ ਬ੍ਰਹਮਾ ਸਮੇਤ ਮਿਲ ਕੇ ਹਰੀ ਨਾਰਾਇਣ ਦੀ ਜੈ ਜੈਕਾਰ ਦੇ ਨਾਰੇ ਲਾਉਣ ਲੱਗੇ, ਉਸ ਦਾ ਜਸ ਕਰਨ ਲੱਗੇ। ਉਹਨਾਂ ਦਾ ਜਸ ਸੁਣ ਕੇ ਆਕਾਸ਼ ਬਣੀ ਹੋਈ। ਜੰਡਰ ਪੋ ਮੁਨੀ ਸਿੱਧ ਸੁਰੇਸਾ ਤੁਮ ਹੀ ਲਾਗ ਧਰਿਓ ਨਰਵੇਸਾ। ਅੰਸਨ ਸਹਿਤ ਮਨੂਜ ਅਵਤਾਰਾ ਲੈ ਹੂੰ ਦਿਨ ਕਰ ਵੰਸ ਉਦਾਰਾ। हे ਮੁਨੀਓ ਸਿੰਧੋ, हे ਇੰਦਰਾ ਦੇਵਤਿਓ ਡਰੋ ਨਾ, ਮੈਂ ਤੁਸਾਂ ਬਦਲੇ ਮਨੁੱਖ ਦਾ ਰੂਪ ਧਾਰਨ ਕਰਾਂਗਾ। ਕਸ਼ਯਪ ਤੇ ਅਦਿਤੀ ਨੇ ਬੜਾ ਤਪ ਕੀਤਾ ਹੈ। ਉਹਨਾਂ ਨੂੰ ਪਹਿਲਾਂ ਹੀ ਵਰਦਾਨ ਹੋ ਚੁੱਕਾ ਹੈ।
ਅਯੁੱਧਿਆਪੁਰੀ ਦੇ ਰਾਜਾ ਦਸ਼ਰਥ ਤੇ ਕੁਸ਼ਲਿਆ ਰਾਣੀ ਮਨੁੱਖ ਦੇ ਰੂਪ ਵਿੱਚ ਪ੍ਰਗਟ ਹੋ ਚੁੱਕੇ ਹਨ। ਉਹਨਾਂ ਦੇ ਘਰ ਮੈਂ ਜਨਮ ਲੈਣਾ ਹੈ। ਤਿਨ ਕੇ ਗ੍ਰਹਿ ਅਵਤਰਿਉ ਜਾਈ, ਰਘੁਕੁਲ ਤਿਲਕ ਸੋ ਚਾਰਿਉ ਪਾਈ। ਨਾਰਦ ਬਚਨ ਸਤ ਸਭ ਕਰਿਉ, ਪਰਮ ਸ਼ਕਤੀ ਸਮੇਤ ਅਵਤਰਿਉ। ਉਹਨਾਂ ਦੇ ਘਰ ਪ੍ਰਗਟ ਹੋ ਕੇ ਰਘੁਕੁਲ ਵਿੱਚ ਤਿਲਕ ਲਾਵਾਂਗਾ। ਨਾਰਦ ਨੇ ਜੋ ਰਾਜਾ ਬਣਨ ਦਾ ਸ਼ਰਾਪ ਦਿੱਤਾ ਹੈ ਉਹ ਪੂਰਾ ਹੋਏਗਾ। ਪੂਰੀ ਸ਼ਕਤੀ ਨਾਲ ਅਵਤਾਰ ਲਵਾਂਗਾ। ਤੁਸੀਂ ਸਾਰੇ ਜਾਓ ਤੇ ਬਾਂਦਰ ਦਾ ਜਨਮ ਲਓ, ਮੇਰੀ ਸਹਾਇਤਾ ਕਰਨੀ ਤਾਂ ਕਿ ਧਰਤੀ ਦਾ ਭਾਰ ਘੱਟ ਕੀਤਾ ਜਾ ਸਕੇ। ਇਹ ਹੁਕਮ ਦੇ ਕੇ ਪਾਰਬ੍ਰਹਮ ਅਲੋਪ ਹੋ ਗਏ। ਸਾਰੇ ਦੇਵਤਿਆਂ ਨੇ ਬਾਂਦਰਾਂ ਦਾ ਰੂਪ ਧਾਰਨ ਕਰ ਲਿਆ ਅਤੇ ਉਧਰ ਆਪ ਨਰੈਣ ਅਯੁੱਧਿਆਪੁਰੀ ਦੇ ਰਾਜੇ ਦਸ਼ਰਥ ਦੇ ਘਰ ਅਵਤਾਰ ਧਾਰਨ ਦੀ ਤਿਆਰੀ ਕਰਨ ਲੱਗੇ। ਕੁਸ਼ਲਿਆ ਆਦਿਕ ਨਾਰ ਪ੍ਰਿਏ, ਸਭ ਆਚਰਨ ਪੁਨੀਤ। ਪਤੀ ਅਨਕੂਲ ਸੋ ਪ੍ਰੇਮ ਦ੍ਰਿੜ, ਹਰ ਪਦ ਕਮਲ ਵਨੀਤ। ਸਿਆਪਤੀ ਰਾਮ ਜੈ ਜੈ ਰਾਮ, ਮੇਰੇ ਮਨ ਬਸਿਓ ਸੀਤਾ ਰਾਮ। ਕਰੋ ਕਲਿਆਣ ਜੈ ਹਨੂਮਾਨ। ਅਯੁੱਧਿਆ ਦੇ ਮਹਾਰਾਜ ਦਸ਼ਰਥ ਜੀ ਹੋਏ ਹਨ, ਜਿਨ੍ਹਾਂ ਦੀਆਂ 3 ਰਾਣੀਆਂ ਸਨ, ਜਿਨ੍ਹਾਂ ਦੇ ਕੋਈ ਪੁੱਤਰ ਨਹੀਂ ਸੀ। ਮਹਾਰਾਜੇ ਨੇ ਪੁੱਤਰ ਪ੍ਰਾਪਤੀ ਲਈ ਯੱਗ ਕੀਤਾ। ਉਸ ਯੱਗ ਵਿੱਚੋਂ ਵਰ ਮਿਲਿਆ ਤੇ ਮਹਾਰਾਜ ਦੇ ਘਰ 4 ਰਾਜਕੁਮਾਰਾਂ ਨੇ ਜਨਮ ਲਿਆ। ਸਭ ਤੋਂ ਪਹਿਲਾਂ ਮਾਤਾ ਕੁਸ਼ਲਿਆ ਦੀ ਪਵਿੱਤਰ ਕੁੱਖ ਤੋਂ ਸ਼੍ਰੀ ਰਾਮ ਚੰਦਰ ਜੀ ਅਤੇ ਸੁਮਿਤਰਾ ਦੀ ਕੁੱਖੋਂ ਲక్ష్మణ ਅਤੇ ਸ਼ਤਰੂਘਨ। ਤੀਸਰੀ ਰਾਣੀ ਕਕਈ ਦੀ ਕੁੱਖੋਂ ਭਰਤ ਜੀ ਨੇ ਜਨਮ ਲਿਆ। 4 ਪੁੱਤਰਾਂ ਦੇ ਜਨਮ ਸਮੇਂ ਮਹਾਰਾਜ ਵੱਲੋਂ ਬੇਅੰਤ ਖੁਸ਼ੀਆਂ ਮਨਾਈਆਂ ਗਈਆਂ। ਹਰ ਪ੍ਰਭਾਤ ਨਾਲ ਉਹ ਵੱਡੇ ਹੋਣ ਲੱਗੇ। ਦਿਨ ਬੀਤੇ, ਦਿਨਾਂ ਪਿੱਛੋਂ ਮਹੀਨੇ ਤੇ ਮਹੀਨਿਆਂ ਪਿੱਛੋਂ ਸਾਲ। ਖੁਸ਼ੀ ਦੇ ਦਿਨ ਬੀਤਦਿਆਂ ਦੇਰ ਨਹੀਂ ਲੱਗਦੀ। ਝੱਟ ਹੀ 4 ਰਾਜਕੁਮਾਰ ਜਵਾਨ ਹੋ ਗਏ, ਜਿਨ੍ਹਾਂ ਨੇ ਗੁਰੂ ਵਸ਼ਿਸ਼ਟ ਜੀ ਪਾਸੋਂ ਸਿੱਖਿਆ ਪ੍ਰਾਪਤ ਕੀਤੀ। ਮਹਾਂ ਤਪਸਵੀ ਤੇ ਪਾਰਦਰਸ਼ੀ ਨਜ਼ਰ ਰੱਖਣ ਵਾਲੇ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਯੱਗ ਸੰਪੂਰਨ ਵਾਸਤੇ ਇੱਕ ਦਿਨ ਆਪਣੇ ਆਸ਼ਰਮ ਵਿੱਚੋਂ ਉੱਠ ਕੇ ਮਹਾਰਾਜ ਦਸ਼ਰਥ ਜੀ ਪਾਸ ਆ ਪੁੱਜੇ ਤੇ ਬੇਨਤੀ ਕੀਤੀ ਕਿ ਹੇ ਮਹਾਰਾਜ ਜੀ, ਰਾਖਸ਼ ਬਹੁਤ ਤੰਗ ਕਰਨ ਲੱਗ ਪਏ ਹਨ। ਹਵਨ ਤੇ ਯੱਗ ਦੀ ਮਰਿਆਦਾ ਨੂੰ ਸੰਪੂਰਨ ਨਹੀਂ ਹੋਣ ਦਿੰਦੇ। ਰਾਖਸ਼ ਯੱਗਸ਼ਾਲਾ ਵਿੱਚ ਹੱਡੀਆਂ ਸੁੱਟ ਜਾਂਦੇ ਹਨ, ਆਸ਼ਰਮ ਸਾੜਦੇ ਤੇ ਰਿਸ਼ੀ ਲੋਕਾਂ ਨੂੰ ਤੰਗ ਕਰਦੇ ਹਨ। ਦੋਹਾਂ ਰਾਜਕੁਮਾਰਾਂ ਸ਼੍ਰੀ ਰਾਮ ਜੀ ਅਤੇ ਲక్ష్మణ ਜੀ ਨੂੰ ਯੱਗ ਸੰਪੂਰਨ ਅਤੇ ਰਾਖਸ਼ਾਂ ਦੀ ਸੋਧ ਲਈ ਭੇਜਿਆ ਜਾਵੇ। ਮਹਾਰਾਜ ਦਸ਼ਰਥ ਜੀ ਨੇ ਉਹਨਾਂ ਦੀ ਮੰਗ ਪ੍ਰਵਾਨ ਕਰ ਲਈ ਅਤੇ ਦੋਨਾਂ ਰਾਜਕੁਮਾਰਾਂ ਸ਼੍ਰੀ ਰਾਮ ਚੰਦਰ ਜੀ ਅਤੇ ਲక్ష్మణ ਨੂੰ ਰਿਸ਼ੀ ਜੀ ਦੇ ਨਾਲ ਭੇਜ ਦਿੱਤਾ। ਰਿਸ਼ੀ ਜੀ ਨੇ ਦੋਨਾਂ ਰਾਜਕੁਮਾਰਾਂ ਨੂੰ ਅਨੇਕ ਪ੍ਰਕਾਰ ਦੇ ਅਸਤਰ ਤੇ ਸ਼ਸਤਰ ਚਲਾਉਣੇ ਦੱਸੇ। ਦੋਨਾਂ ਰਾਜਕੁਮਾਰਾਂ ਨੇ ਯੱਗ ਭੂਮੀ ਨੂੰ ਦੈਂਤਾਂ ਤੋਂ ਮੁਕਤ ਕੀਤਾ ਤਾਂ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਦੋਨਾਂ ਰਾਜਕੁਮਾਰਾਂ ਨੂੰ ਲੈ ਕੇ ਜਨਕਪੁਰੀ ਪੁੱਜੇ, ਜਿੱਥੇ ਰਾਜਾ ਜਨਕ ਜੀ ਦੀ ਪੁੱਤਰੀ ਸੀਤਾ ਦਾ ਸਵੰਬਰ ਸੀ। ਸੀਤਾ ਜੀ ਦੇ ਜੀਵਨ ਦੀ ਕਥਾ ਅਨੋਖੀ ਹੈ। ਧਰਮੀ ਰਾਜਾ ਜਨਕ ਜੀ ਦੇ ਰਾਜ ਵਿੱਚ ਇੱਕ ਵਾਰ ਭਿਆਨਕ ਕਾਲ ਪੈ ਗਿਆ। 12 ਸਾਲ ਮੀਂਹ ਨਾ ਪਿਆ। ਉਸ ਦੇ ਰਾਜ ਦੇ ਜੰਗਲ ਖੇਤ ਸਭ ਸੜ ਗਏ, ਤਲਾਅ ਸੁੱਕ ਗਏ। ਪਸ਼ੂ ਤੇ ਪੰਛੀ ਭੁੱਖ ਨਾਲ ਵਿਆਕਲ ਹੋਣ ਲੱਗੇ। ਪ੍ਰਜਾ ਦੇ ਅਨੇਕਾਂ ਪੁਰਸ਼ ਮਰਨ ਲੱਗੇ। ਰਾਜਾ ਘਬਰਾ ਗਿਆ, ਕਿਉਂਕਿ ਰਾਜੇ ਦਾ ਧਰਮ ਹੁੰਦਾ ਹੈ ਪ੍ਰਜਾ ਦੀ ਜਾਨ ਤੇ ਮਾਲ ਦੀ ਰੱਖਿਆ ਕਰਨੀ। ਪਬਲਿਕ ਦਾ ਮਰਨਾ ਸੁਣ ਕੇ ਰਾਜੇ ਨੇ ਇੱਕ ਸਭਾ ਸੱਦੀ। ਉਸ ਸਭਾ ਵਿੱਚ ਵਿਸ਼ਾ ਇਹ ਰੱਖਿਆ ਗਿਆ ਕਿ ਰਾਜ ਵਿੱਚ ਇੰਨੀ ਔੜ ਲੱਗਣ ਦਾ ਕਾਰਨ ਕੀ ਹੈ, ਕਿਸ ਪਾਪ ਦਾ ਫਲ ਹੈ। ਸਭਾ ਵਿੱਚ ਸਭ ਨੇ ਆਪੋ ਆਪਣੀ ਬੁੱਧੀ ਅਨੁਸਾਰ ਉੱਤਰ ਦਿੱਤੇ, ਪਰ ਰਾਜਾ ਜੀ ਦੀ ਤਸੱਲੀ ਨਾ ਹੋਈ। ਆਖਰ ਇੱਕ ਰਿਸ਼ੀ ਨੇ ਆਖਿਆ, ਹੇ ਰਾਜਨ, ਗੱਲ ਇਹ ਹੈ ਕਿ ਤੁਸਾਂ ਦੇ ਰਾਜ ਵਿੱਚ ਰਾਵਣ ਦੇ ਦੂਤ ਇੱਕ ਘੜਾ ਨੱਪ ਗਏ ਹਨ। ਜਿੰਨਾ ਚਿਰ ਉਹ ਪੁੱਟਿਆ ਨਾ ਜਾਏ ਉਤਨਾ ਚਿਰ ਸਮਝ ਲਵੋ ਆਪ ਦੇ ਰਾਜ ਵਿੱਚ ਨੁਕਸਾਨ ਹੀ ਨੁਕਸਾਨ ਹੈ। ਉਹ ਘੜਾ ਕੈਸਾ ਹੈ, ਉਸ ਵਿੱਚ ਕੀ ਹੈ?
ਰਾਜਾ ਜਨਕ ਜੀ ਨੇ ਪੁੱਛ ਕੀਤੀ। ਉਹ ਸਭ ਕੁਝ ਜਾਣਨ ਲਈ ਕਾਹਲਾ ਸੀ। हे ਰਾਜਨ, ਇੱਕ ਸਮੇਂ ਹੰਕਾਰੀ ਤੇ ਪਾਪੀ ਰਾਜੇ ਰਾਵਣ ਨੇ ਆਪਣੇ ਰਾਜ ਦੇ ਰਿਸ਼ੀ ਤੇ ਤਪਸਵੀ ਲੋਕਾਂ ਕੋਲੋਂ ਕਰ ਟੈਕਸ ਮੰਗਿਆ, ਪਰ ਰਿਸ਼ੀ ਲੋਕਾਂ ਕੋਲ ਕਰ ਟੈਕਸ ਦੇਣ ਲਈ ਕੋਈ ਮਾਇਆ ਨਹੀਂ ਸੀ। ਜਦੋਂ ਰਾਵਣ ਦੇ ਦੂਤ ਰਿਸ਼ੀ ਆਸ਼ਰਮਾਂ ਵਿੱਚ ਟੈਕਸ ਲੈਣ ਲਈ ਗਏ ਤਾਂ ਰਿਸ਼ੀਆਂ ਕੋਲ ਕੋਈ ਪੈਸਾ ਨਾ ਹੋਣ ਕਾਰਨ ਰਿਸ਼ੀਆਂ ਦਾ ਖੂਨ ਕੱਢ ਲਿਆ ਗਿਆ ਅਤੇ ਉਸ ਨੂੰ ਇੱਕ ਘੜੇ ਵਿੱਚ ਪਾਇਆ ਗਿਆ ਅਤੇ ਘੜੇ ਦਾ ਮੂੰਹ ਬੰਦ ਕਰ ਦਿੱਤਾ ਗਿਆ। ਰਿਸ਼ੀਆਂ ਨੇ ਸ਼ਰਾਪ ਦਿੱਤਾ, ਰਾਵਣ ਇਸ ਘੜੇ ਦਾ ਮੂੰਹ ਨਾ ਖੋਲੇ, ਜੇ ਖੋਲੇਗਾ ਤਾਂ ਉਸ ਦਾ ਸਰਬਨਾਸ਼ ਹੋ ਜਾਏਗਾ। ਇਹ ਰਾਵਣ ਦਾ ਅਕਾਲ ਹੈ। ਜੋ ਵੀ ਰਾਜਾ ਗਰੀਬਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਉਹ ਸੁਖੀ ਨਹੀਂ ਹੋ ਸਕਦਾ। ਦੂਤ ਰਾਜਾ ਰਾਵਣ ਕੋਲ ਉਹ ਘੜਾ ਲੈ ਗਏ। ਰਾਵਣ ਦੇਖਣ ਲੱਗਾ ਤਾਂ ਦੂਤਾਂ ਨੇ ਰੋਕ ਦਿੱਤਾ। ਉਹਨਾਂ ਨੇ ਦੱਸਿਆ, हे ਰਾਵਣ, ਰਿਸ਼ੀਆਂ ਨੇ ਸ਼ਰਾਪ ਦਿੱਤਾ ਹੈ, ਜੇ ਇਸ ਨੂੰ ਖੋਲੋਗੇ ਤਾਂ ਤੁਸਾਂ ਦਾ ਸਰਬਨਾਸ਼ ਹੋ ਜਾਏਗਾ। ਇਹ ਸੁਣ ਕੇ ਰਾਵਣ ਕ੍ਰੋਧ ਵਿੱਚ ਆ ਗਿਆ। ਉਸਨੇ ਹੁਕਮ ਦਿੱਤਾ ਕਿ ਇਸ ਘੜੇ ਨੂੰ ਦੂਰ ਕਿਸੇ ਹੋਰ ਰਾਜ ਦੀ ਧਰਤੀ ਵਿੱਚ ਨੱਪ ਆਓ। ਦੂਤ ਉਸ ਘੜੇ ਨੂੰ ਆਪ ਦੇ ਰਾਜ ਵਿੱਚ ਨੱਪ ਗਏ ਹਨ। ਉਹ ਘੜਾ ਪੁੱਟਿਆ ਜਾਏ, ਉਸ ਦਾ ਮੂੰਹ ਖੋਲ੍ਹਿਆ ਜਾਏ, ਪਾਪੀ ਰਾਵਣ ਦਾ ਨਾਸ਼ ਹੋਏਗਾ। ਜੋ ਪ੍ਰਜਾ ਨੂੰ ਤੰਗ ਕਰਦਾ ਹੈ ਉਹ ਘੜਾ ਕਿਵੇਂ ਪੁੱਟਿਆ ਜਾ ਸਕਦਾ ਹੈ? ਰਾਜਾ ਜਨਕ ਜੀ ਨੇ ਸਵਾਲ ਕੀਤਾ। ਉਸ ਦਾ ਮਨ ਪ੍ਰਸੰਨ ਹੋ ਗਿਆ। ਆਸ ਹੋ ਗਈ ਕਿ ਉਹ ਪ੍ਰਜਾ ਦਾ ਦੁੱਖ ਨਿਵਰਤ ਕਰੇਗਾ। ਆਪ ਸੋਨੇ ਦਾ ਹਲ ਲੈ ਕੇ ਖੇਤਾਂ ਵਿੱਚ ਜਾਓ। ਆਪ ਉਸ ਖੇਤ ਵਿੱਚ ਵੜੋਗੇ ਜਿੱਥੇ ਘੜਾ ਨੱਪਿਆ ਹੈ, ਬਸ ਉਸ ਦਾ ਮੂੰਹ ਖੋਲ ਦਿਓ। ਰਿਸ਼ੀ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ। ਉਸ ਵੇਲੇ ਹੁਕਮ ਕੀਤਾ ਗਿਆ, ਸੋਨੇ ਦਾ ਹਲ ਤਿਆਰ ਕੀਤਾ ਗਿਆ ਤੇ ਰਾਜਾ ਜਨਕ ਨੇ ਖੇਤ ਵਿੱਚ ਜਾ ਕੇ ਹਲ ਜੋਇਆ। ਹਲ ਜੋਣ ਨਾਲ ਤੇਜ਼ਪੁਰੇ ਦੀ ਹਵਾ ਚੱਲੀ ਅਤੇ ਫਿਰ ਬੱਦਲ ਬਣੇ ਤੇ ਅਚਾਨਕ ਰਾਜੇ ਦੇ ਹਲ ਨਾਲ ਘੜਾ ਅੜਿਆ। ਘੜੇ ਨੂੰ ਪੁੱਟਿਆ ਗਿਆ। ਜਦੋਂ ਉਸ ਦਾ ਮੂੰਹ ਖੋਲ੍ਹਿਆ ਤਾਂ ਉਸ ਵਿੱਚ ਨਿੱਕੀ ਜਿਹੀ ਸੁੰਦਰ ਕੰਨਿਆ ਸੀ। ਉਸ ਕੰਨਿਆ ਨੂੰ ਰਾਜੇ ਜਨਕ ਨੇ ਚੁੱਕ ਲਿਆ। ਉਸ ਦਾ ਨਾਮ ਸੀਤਾ ਰੱਖਿਆ ਗਿਆ। ਘੜੇ ਦਾ ਮੂੰਹ ਖੁੱਲ੍ਹਣ 'ਤੇ ਮੋਲੇ ਧਾਰ ਬਾਰਿਸ਼ ਹੋ ਗਈ। ਸਭ ਨੇ ਸੁੱਖ ਦਾ ਸਾਹ ਲਿਆ। ਸੀਤਾ ਜੀ ਰਾਜ ਭਵਨ ਵਿੱਚ ਪਲ ਕੇ ਜਵਾਨ ਹੋਈ। ਰਾਜਾ ਜਨਕ ਜੀ ਪਾਸ ਇੱਕ ਭਾਰੀ ਧਨੁਸ਼ ਸੀ। ਸੀਤਾ ਨੇ ਇੱਕ ਦਿਨ ਉਸ ਧਨੁਸ਼ ਨੂੰ ਸਹਿਜੇ ਹੀ ਚੁੱਕ ਲਿਆ ਸੀ। ਜਦੋਂ ਰਾਜਾ ਜਨਕ ਜੀ ਨੇ ਇਹ ਦੇਖਿਆ ਕਿ ਇਤਨੇ ਭਾਰੀ ਧਨੁਸ਼ ਨੂੰ ਸੀਤਾ ਨੇ ਸਹਿਜੇ ਹੀ ਚੁੱਕ ਲਿਆ ਹੈ ਤਾਂ ਉਹ ਬਹੁਤ ਹੈਰਾਨ ਹੋਏ। ਇਸ ਕਰਕੇ ਰਾਜਾ ਜੀ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਜੋ ਕੋਈ ਰਾਜਕੁਮਾਰ ਸ਼ਿਵ ਧਨੁਸ਼ ਤੇ ਚਿਲਾ ਚਾੜੇਗਾ ਉਸ ਨਾਲ ਸੀਤਾ ਜੀ ਦੀ ਸ਼ਾਦੀ ਕੀਤੀ ਜਾਏਗੀ। ਇਸ ਲਈ ਰਾਜੇ ਨੇ ਇਹ ਧਨੁਸ਼ ਹੀ ਸ਼ਰਤ ਰੱਖ ਕੇ ਸੀਤਾ ਜੀ ਦੀ ਸ਼ਾਦੀ ਦਾ ਸਵੰਬਰ ਰਚ ਦਿੱਤਾ। ਸਵੰਬਰ ਵਿੱਚ ਹਿੱਸਾ ਲੈਣ ਲਈ ਬਹੁਤ ਸਾਰੇ ਰਾਜਕੁਮਾਰ ਅਤੇ ਰਾਜੇ ਇਕੱਠੇ ਹੋਏ। ਸਭ ਨੇ ਆਪਣੇ ਆਪਣੇ ਬਲ ਦੀ ਪ੍ਰਦਰਸ਼ਨੀ ਕੀਤੀ, ਪਰ ਧਨੁਸ਼ ਕਿਸੇ ਕੋਲੋਂ ਚੁੱਕਿਆ ਨਾ ਗਿਆ। ਧਨੁਸ਼ ਇਤਨਾ ਭਾਰੀ ਸੀ ਕਿ ਕਈ ਤਾਂ ਉਸ ਨੂੰ ਹਿਲਾ ਵੀ ਨਾ ਸਕੇ। ਸ਼ਰਮਿੰਦੇ ਹੋ ਕੇ ਵਾਪਸ ਆਪਣੀ ਜਗ੍ਹਾ 'ਤੇ ਜਾ ਬੈਠੇ। ਧਨੁਸ਼ ਕਿਸੇ ਕੋਲੋਂ ਵੀ ਨਾ ਚੁੱਕਿਆ ਗਿਆ ਤਾਂ ਰਾਜਾ ਜਨਕ ਦੀ ਉਦਾਸੀ ਨੂੰ ਦੇਖ ਕੇ ਵਿਸ਼ਵਾਮਿੱਤਰ ਜੀ ਨੇ ਸ਼੍ਰੀ ਰਾਮਚੰਦਰ ਜੀ ਵੱਲ ਇਸ਼ਾਰਾ ਕੀਤਾ ਤਾਂ ਵਿਸ਼ਨੂੰ ਅਵਤਾਰ ਸ਼੍ਰੀ ਰਾਮਚੰਦਰ ਜੀ ਉੱਠੇ ਅਤੇ ਵਿਸ਼ਵਾਮਿੱਤਰ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਧਨੁਸ਼ ਵੱਲ ਵਧੇ। ਜਦੋਂ ਸ਼੍ਰੀ ਰਾਮਚੰਦਰ ਜੀ ਸ਼ਿਵ ਧਨੁਸ਼ ਦਾ ਚਿਲਾ ਚੜਾਉਣ ਲੱਗੇ ਤਾਂ ਧਨੁਸ਼ ਹੀ ਟੁੱਟ ਗਿਆ, ਜਿਸ 'ਤੇ ਪ੍ਰਗਟ ਹੋਇਆ ਕਿ ਸ਼੍ਰੀ ਰਾਮਚੰਦਰ ਜੀ ਬਹੁਤ ਵੱਡੇ ਬਲੀ ਅਤੇ ਵਿਸ਼ਨੂੰ ਅਵਤਾਰ ਹਨ। ਇਸ ਤਰ੍ਹਾਂ ਧਨੁਸ਼ ਨੂੰ ਤੋੜ ਕੇ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਜੀ ਨੂੰ ਜਿੱਤ ਲਿਆ। ਜਿੱਤ ਦੇ ਪਿੱਛੋਂ ਰਾਜਾ ਜਨਕ ਜੀ ਵੱਲੋਂ ਮਹਾਰਾਜ ਦਸ਼ਰਥ ਜੀ ਨੂੰ ਆਪਣੇ ਇੱਕ ਦੂਤ ਰਾਹੀਂ ਅਯੁੱਧਿਆਪੁਰੀ ਸੁਨੇਹਾ ਭੇਜਿਆ ਗਿਆ। ਮਹਾਰਾਜਾ ਦਸ਼ਰਥ ਜੀ ਨੇ ਜਦੋਂ ਸੀਤਾ ਸਵੰਬਰ ਜਿੱਤਣ ਦੀ ਖਬਰ ਸੁਣੀ ਤਾਂ ਬਹੁਤ ਖੁਸ਼ ਹੋਏ ਅਤੇ ਰਿਸ਼ੀਆਂ, ਮੰਤਰੀਆਂ, ਰਾਜਪੁਰੋਤਾਂ ਅਤੇ ਦਰਬਾਰੀਆਂ ਨੂੰ ਨਾਲ ਲੈ ਕੇ ਬਰਾਤ ਬਣਾ ਕੇ
ਜਨਕਪੁਰੀ ਪੁੱਜੇ। ਸ਼੍ਰੀ ਰਾਮ ਚੰਦਰ ਜੀ ਅਤੇ ਲక్ష్మణ ਜੀ ਪਹਿਲਾਂ ਹੀ ਜਨਕਪੁਰੀ ਵਿੱਚ ਸਨ। ਸਾਰਾ ਪਰਿਵਾਰ ਇਕੱਠਾ ਹੋਇਆ ਤਾਂ ਵਿਆਹ ਦੀ ਤਿਆਰੀ ਹੋਣ ਲੱਗੀ। ਸ਼੍ਰੀ ਰਾਮ ਚੰਦਰ ਜੀ ਦੀ ਸ਼ਾਦੀ ਸੀਤਾ ਜੀ ਨਾਲ ਹੋਈ ਅਤੇ ਦੂਸਰੇ ਭਰਾਵਾਂ ਦੀ ਸ਼ਾਦੀ ਵੀ ਇੱਕੋ ਸਮੇਂ ਕੀਤੀ ਗਈ। ਲక్ష్మణ ਦੀ ਸ਼ਾਦੀ ਰਾਜਾ ਜਨਕ ਦੀ ਦੂਸਰੀ ਪੁੱਤਰੀ ਉਰਮਲਾ ਨਾਲ ਅਤੇ ਸ਼ਤਰੂਕਾਨ ਤੇ ਭਰਤ ਦੀ ਸ਼ਾਦੀ ਰਾਜਾ ਜਨਕ ਦੇ ਭਾਈ ਕੁਸ਼ਧਵਜ ਦੀਆਂ ਸੁੰਦਰ ਕਨਿਆ ਨਾਲ ਹੋਈ। ਸ਼ਾਦੀ ਕਰਨ ਉਪਰੰਤ ਅਯੁੱਧਿਆਪੁਰੀ ਪੁੱਜੇ ਤੇ ਮੰਗਲਾਚਾਰ ਹੋਏ। ਸ਼ਹਿਰ ਵਾਸੀਆਂ ਨੇ ਖੁਸ਼ੀਆਂ ਮਨਾਈਆਂ। ਮਹਾਰਾਜ ਦਸ਼ਰਥ ਜੀ ਸ਼੍ਰੀ ਰਾਮ ਚੰਦਰ ਜੀ ਦੀ ਬਹਾਦਰੀ ਤੇ ਸਿਆਣਪ ਪਰ ਬਹੁਤ ਹੀ ਪ੍ਰਸੰਨ ਸਨ। ਉਹਨਾਂ ਨੇ ਇੱਕ ਦਿਨ ਗੁਰੂ ਵਸ਼ਿਸ਼ਟ ਜੀ ਪਾਸੋਂ ਆਗਿਆ ਲੈ ਕੇ ਆਪਣੇ ਮੰਤਰੀਆਂ ਨਾਲ ਸਲਾਹ ਕਰਕੇ ਸ਼੍ਰੀ ਰਾਮ ਚੰਦਰ ਜੀ ਨੂੰ ਰਾਜ ਤਿਲਕ ਦੇਣ ਦਾ ਫੈਸਲਾ ਕੀਤਾ। ਉਸੇ ਵੇਲੇ ਫੈਸਲੇ ਤੇ ਅਮਲ ਹੋਣਾ ਸ਼ੁਰੂ ਹੋਇਆ। ਪ੍ਰਜਾ ਵਿੱਚ ਖਬਰ ਭੇਜੀ ਗਈ। ਪੁਰੋਹਿਤਾਂ ਦੇ ਆਖਣ ਤੇ ਦੱਸਣ ਉੱਤੇ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਗਈਆਂ। ਰਾਜ ਤਿਲਕ ਦੀ ਮਰਿਆਦਾ ਗੁਰੂ ਵਸ਼ਿਸ਼ਟ ਜੀ ਨੇ ਸ਼੍ਰੀ ਰਾਮ ਚੰਦਰ ਜੀ ਨੂੰ ਸਮਝਾਈ। ਮਾਤਾ ਕਸ਼ਲਿਆ ਤੇ ਸੀਤਾ ਜੀ ਖੁਸ਼ੀ ਮੰਦਰ ਵਿੱਚ ਜਾ ਕਰ ਦੇਵੀ ਪੂਜਾ ਕਰਾਉਣ ਲੱਗੀਆਂ। ਪ੍ਰਜਾ ਵਧਾਈਆਂ ਦੇਣ ਲੱਗੀ। ਰਾਜ ਤਿਲਕ ਦੀ ਮਿੱਥੀ ਘੜੀ ਅਗਲੇ ਦਿਨ ਆਉਣੀ ਸੀ। ਸਿਰਫ ਇੱਕ ਰਾਤ ਵਿਚਾਲੇ ਰਹਿ ਗਈ ਸੀ। ਉਸ ਰਾਤ ਨੂੰ ਪ੍ਰਜਾ ਜਾਗਦਿਆਂ ਹੀ ਬਤੀਤ ਕਰਨਾ ਚਾਹੁੰਦੀ ਸੀ। ਸਾਰੀ ਨਗਰੀ ਵਿੱਚ ਨਾਚ ਗਾਣਾ ਤੇ ਅਨੇਕਾਂ ਪ੍ਰਕਾਰ ਦੇ ਲੀਲਾ ਨਾਟਕ ਹੋ ਰਹੇ ਸਨ। ਤਾਂ ਉਸ ਸਮੇਂ ਮਹਾਰਾਣੀ ਕਕਈ ਦੀ ਦਾਸੀ ਮਥੁਰਾ, ਜੋ ਉਸ ਦੇ ਪੇਕੇ ਕਰਵਾਈ ਹੋਈ ਸੀ ਅਤੇ ਸਹੇਲੀਆਂ ਦੀ ਤਰ੍ਹਾਂ ਰਹਿੰਦੀ ਸੀ, ਉਸ ਨੇ ਜਦੋਂ ਦੇਖਿਆ ਕਿ ਸਾਰਾ ਨਗਰ ਸਜਿਆ ਫੱਬਿਆ ਅਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਹਰ ਤਰ੍ਹਾਂ ਦੇ ਸੁੰਦਰ ਮੰਗਲਾਚਾਰ ਹੋ ਰਹੇ ਹਨ ਅਤੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਇਹ ਦੇਖ ਕੇ ਸੁਣ ਕੇ ਮਥੁਰਾ ਦੇ ਮਨ ਨੂੰ ਦੁੱਖ ਹੋਇਆ। ਕੁਟਲਮਾਨ ਮਥੁਰਾ ਵਿਚਾਰ ਕਰਨ ਲੱਗੀ ਕਿ ਕਿਹੜੇ ਵੇਲੇ ਰਾਤ ਪਵੇ ਤੇ ਕੰਮ ਵਿਗੜੇ। ਉਹ ਰੋਂਦੀ ਹੋਈ ਕਕਈ ਦੇ ਕੋਲ ਪੁੱਜੀ। ਉਸ ਦੀ ਭੈੜੀ ਸ਼ਕਲ ਦੇਖ ਕੇ ਕਕਈ ਨੇ ਪੁੱਛਿਆ, ਅੱਜ ਤੂੰ ਉਦਾਸ ਤੇ ਰੋ ਕਿਉਂ ਰਹੀ ਹੈ? ਮਥੁਰਾ ਚੁੱਪ ਰਹੀ, ਕੋਈ ਉੱਤਰ ਨਾ ਦਿੱਤਾ। ਲੰਮੇ ਸਾਹ ਲੈਂਦੀ ਹੋਈ ਉਸ ਨੇ ਕਈ ਤਰ੍ਹਾਂ ਦੇ ਨਾਰੀ ਚਲਿੱਤਰ ਕਰਕੇ ਅਥਰੂ ਕੇਰੇ ਅਤੇ ਕਾਲੀ ਨਾਂਗਣ ਵਾਂਗ ਜ਼ਹਿਰ ਸੁੱਟਣ ਲੱਗੀ। ਮਥੁਰਾ ਬੋਲੀ, ਹੇ ਮਹਾਰਾਣੀ ਜੀ, ਹਨੇਰ ਹੋ ਗਿਆ, ਪਤਾ ਨਹੀਂ ਕਿਸ ਪਾਪ ਦਾ ਫਲ ਤੁਸਾਂ ਨੂੰ ਮਿਲਣ ਲੱਗਾ ਹੈ। ਰਾਮ ਤੁਸਾਂ ਦੀ ਸੌਂਕਣ ਦਾ ਪੁੱਤਰ ਹੈ, ਉਸ ਨੂੰ ਰਾਜ ਤਿਲਕ ਹੋ ਰਿਹਾ ਹੈ। ਮਹਾਰਾਜ ਬਿਰਧ ਹਨ, ਉਹਨਾਂ ਦੇ ਅੱਖਾਂ ਮੀਟ ਜਾਣ ਪਿੱਛੋਂ ਤੁਸਾਂ ਨੂੰ ਅਤੇ ਤੁਹਾਡੇ ਪੁੱਤਰ ਭਰਤ ਨੂੰ ਧੱਕੇ ਮਾਰ ਕੇ ਰਾਜ ਮਹੱਲਾਂ ਵਿੱਚੋਂ ਕੱਢ ਦਿੱਤਾ ਜਾਏਗਾ। ਭਰਤ ਦਾਸ ਬਣ ਜਾਏਗਾ। ਮਹਾਰਾਜ ਨੂੰ ਆਖ ਕੇ ਆਪਣੇ ਪੁੱਤਰ ਭਰਤ ਨੂੰ ਰਾਜ ਦਿਓ, ਉਸ ਨੂੰ ਨਾਨਕੇ ਘਰੋਂ ਛੇਤੀ ਬੁਲਾਓ। ਇਸ ਤਰ੍ਹਾਂ ਦਾਸੀ ਮਥੁਰਾ ਨੇ ਮਹਾਰਾਣੀ ਕਕਈ ਨੂੰ ਆਪਣੇ ਮਗਰ ਲਾ ਕੇ ਖੁਸ਼ੀ ਦੇ ਆਨੰਦ ਮੰਗਲਾਚਾਰਾਂ ਨੂੰ ਠੱਪ ਕਰਕੇ ਉਸ ਦੀ ਥਾਂ ਰੋਣਾ ਤੇ ਪਿਟਣਾ ਪਾ ਦਿੱਤਾ। ਰਚ ਪਚ ਕੋਟਕ ਕੁਟਲਪਣ ਕੀਨਸ ਕਪਟ ਪ੍ਰਬੋਧ, ਕੈਸੀ ਕਥਾ ਸਤ ਸਵਤੀ ਕੈ ਜੇ ਵਿਧि ਬਾਦ ਬਰੋਧ। ਸਿਆਪਤੀ ਰਾਮ ਜੈ ਜੈ ਰਾਮ, ਮੇਰੇ ਮਨ ਬਸਿਓ ਸੀਤਾ ਰਾਮ, ਕਰੋ ਕਲਿਆਣ ਜੈ ਹਨੂਮਾਨ। ਇਸ ਤਰ੍ਹਾਂ ਕਰੋੜਾਂ ਪ੍ਰਕਾਰ ਦੀਆਂ ਕੁਟਲਪਣ ਦੀਆਂ ਗੱਲਾਂ ਕਰ ਕਰ ਮਥੁਰਾ ਨੇ ਕਕਈ ਦਾ ਮਨ ਬਦਲਿਆ ਤੇ ਉਸ ਨੂੰ ਪੁੱਠੀ ਪੱਟੀ ਪੜਾਉਣੀ ਸ਼ੁਰੂ ਕੀਤੀ ਅਤੇ ਐਸੀਆਂ ਕਥਾ ਸੁਣਾਈਆਂ ਜਿਹੜੀਆਂ ਕੁਸ਼ਲਿਆ ਤੇ ਕਕਈ ਵਿਚਾਲੇ ਵਿਰੋਧ ਵਿੱਚ ਵਾਧਾ ਕਰਦੀਆਂ ਸਨ। ਭਾਬੀ ਦੇ ਅਧੀਨ ਕਕਈ ਦੇ ਮਨ ਵਿੱਚ ਮਥੁਰਾ ਦੀਆਂ ਗੱਲਾਂ ਬੈਠ ਗਈਆਂ। ਵਿਧਾਤਾ ਨੂੰ ਵੀ ਕੁਝ ਹੋਰ ਹੀ ਮਨਜ਼ੂਰ ਸੀ, ਕਿਉਂਕਿ ਜੇਕਰ ਪ੍ਰਭੂ ਸ਼੍ਰੀ ਰਾਮ ਜੀ ਰਾਜ ਤਖਤ ਤੇ ਬੈਠਦੇ ਹਨ ਤਾਂ ਰਾਖਸ਼ਾਂ ਦੀ ਸੁਧਾਈ ਕਿਸ ਤਰ੍ਹਾਂ ਹੋਵੇਗੀ। ਜਿਸ ਮਕਸਦ ਲਈ ਪ੍ਰਭੂ ਜੀ ਨੇ ਅਵਤਾਰ ਧਾਰਿਆ ਸੀ ਉਹ ਕਾਰਜ ਹੋਣੇ ਸਨ। ਇਸ ਲਈ ਹੋਣੀ ਨੇ ਮਥੁਰਾ ਦੀ ਜ਼ਬਾਨ ਤੇ ਬੈਠ ਕੇ
ਉਸ ਦੇ ਮੂੰਹੋਂ ਕੁਝ ਐਸੇ ਬੋਲ ਕਢਾਏ ਜਿਸ ਨਾਲ ਰਾਖਸ਼ਾਂ ਦੇ ਖਾਤਮੇ ਦੀ ਵਿਧ ਬਣ ਲੱਗੀ। ਮਹਾਰਾਣੀ ਕਕਈ ਦੇ ਮਹਾਰਾਜ ਜੀ ਪਾਸ 2 ਬਚਨ ਅਮਾਨਤ ਸਨ, ਜੋ ਮਹਾਰਾਜ ਦਸ਼ਰਥ ਜੀ ਇੱਕ ਸਮੇਂ ਇੰਦਰ ਦੀ ਸਹਾਇਤਾ ਲਈ ਯੁੱਧ ਭੂਮੀ ਵਿੱਚ ਗਏ ਸਨ। ਯੁੱਧ ਭੂਮੀ ਵਿੱਚ ਯੁੱਧ ਕਰਦੇ ਸਮੇਂ ਮਹਾਰਾਜ ਦਾ ਰਥਵਾਨ ਮਰ ਗਿਆ ਸੀ। ਉਸ ਸਮੇਂ ਮਹਾਰਾਜ ਦੀ ਜਾਨ ਖਤਰੇ ਵਿੱਚ ਸੀ। ਉਸ ਸਮੇਂ ਕਕਈ ਨੇ ਹਿੰਮਤ ਤੇ ਨਿਰਭੈਤਾ ਤੋਂ ਕੰਮ ਲੈ ਕੇ ਮਹਾਰਾਜ ਦੇ ਰਥਵਾਨ ਦੀ ਥਾਂ ਬੈਠ ਕੇ ਰਥਵਾਨ ਦਾ ਕੰਮ ਕੀਤਾ ਸੀ ਅਤੇ ਮਹਾਰਾਜ ਨੂੰ ਯੁੱਧ ਭੂਮੀ ਵਿੱਚੋਂ ਬਚਾ ਕੇ ਬਾਹਰ ਕੱਢਿਆ ਸੀ, ਜਿਸ ਤੋਂ ਖੁਸ਼ ਹੋ ਕੇ ਮਹਾਰਾਜ ਜੀ ਨੇ ਕਕਈ ਨੂੰ 2 ਬਚਨ ਮੰਗਣ ਲਈ ਕਿਹਾ ਸੀ। ਪਰ ਕਕਈ ਨੇ ਉਸ ਸਮੇਂ ਕਿਹਾ ਸੀ, ਮਹਾਰਾਜ ਜੀ ਮੇਰੇ ਬਚਨ ਅਮਾਨਤ ਰੱਖੋ, ਲੋੜ ਪੈਣ ਤੇ ਮੰਗ ਲਵਾਂਗੀ। ਉਹ ਦਿੱਤੇ ਹੋਏ ਬਚਨਾਂ ਦਾ ਸਮਾਂ ਮਥੁਰਾ ਨੇ ਮਹਾਰਾਣੀ ਨੂੰ ਚੇਤੇ ਕਰਵਾਇਆ ਅਤੇ ਨਾਲ ਹੀ ਉਸ ਨੂੰ ਇਹ ਵੀ ਪੱਕਿਆਂ ਕਰ ਦਿੱਤਾ ਕਿ ਮਹਾਰਾਜ ਤੁਹਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਧਰਮ ਦਾ ਉਪਦੇਸ਼ ਦੇ ਕੇ ਟਾਲਣਾ ਚਾਹਣਗੇ, ਪਰ ਤੁਸਾਂ ਮਹਾਰਾਜ ਦੀ ਕੋਈ ਗੱਲ ਨਹੀਂ ਸੁਣਨੀ ਅਤੇ ਤਕੜਾ ਦਿਲ ਕਰਕੇ 2 ਵਾਰ ਮੰਗ ਲੈਣੇ। ਮਥੁਰਾ ਦੀ ਪਕਾਈ ਹੋਈ ਮਹਾਰਾਣੀ ਕਕਈ ਨੇ ਅਜਿਹਾ ਹੀ ਕੀਤਾ। ਕਕਈ ਮਹਾਰਾਜ ਦਸ਼ਰਥ ਦੀ ਛੋਟੀ ਰਾਣੀ ਸੀ, ਜੋ ਰੂਪਵੰਤੀ ਸੀ। ਬੁਢਾਪੇ ਨੂੰ ਜਵਾਨੀ ਚੰਗੀ ਲੱਗਦੀ ਹੈ। ਮਹਾਰਾਜਾ ਕਕਈ ਦੇ ਮਹਿਲ ਵਿੱਚ ਰਹਿੰਦਾ ਸੀ। ਜਦੋਂ ਡੂੰਘੀਆਂ ਤਰਕਾਲਾਂ ਪਈਆਂ ਤਾਂ ਮਹਾਰਾਜਾ ਦਸ਼ਰਥ ਜੀ ਸ਼੍ਰੀ ਰਾਮ ਚੰਦਰ ਜੀ ਨੂੰ ਰਾਜ ਤਿਲਕ ਦੇਣ ਦੀ ਖੁਸ਼ੀ ਵਿੱਚ ਝੂਮਦਾ ਅਤੇ ਗੁਣ ਗਣਾਉਂਦਾ ਹੋਇਆ ਕਕਈ ਦੇ ਮਹਿਲਾਂ ਵੱਲ ਆਇਆ, ਜੋ ਬੜੇ ਪ੍ਰਸੰਨ ਚਿੱਤ ਸਨ। ਅੱਗੋਂ ਕਕਈ ਨੇ ਮਥੁਰਾ ਦੇ ਮਗਰ ਲੱਗ ਕੇ ਆਪਣੀ ਦਸ਼ਾਬੰਦੀ ਬਣਾ ਰੱਖੀ ਸੀ, ਜੋ ਤ੍ਰਿਆ ਚਲਿੱਤਰ ਕਰਦੀ ਹੋਈ ਬੋਲੀ, ਤੁਸੀਂ ਇੰਦਰ ਦੀ ਲੜਾਈ ਸਮੇਂ ਮੈਨੂੰ 2 ਬਚਨ ਦਿੱਤੇ ਸਨ, ਉਹ ਹਾਲੇ ਤੱਕ ਪੂਰੇ ਨਹੀਂ ਕੀਤੇ। ਰਾਮ ਨੂੰ ਰਾਜ ਤਿਲਕ ਦੇਣ ਪਿੱਛੋਂ ਤਾਂ ਤੁਸਾਂ ਅਸਲੋਂ ਹੀ ਮੈਨੂੰ ਭੁਲਾ ਦੇਣਾ ਹੈ। ਭੋਲੇ ਮਹਾਰਾਜ ਉਸ ਨੂੰ ਪਿਆਰ ਭਰੇ ਹਿਰਦੇ ਵਾਲੀ ਜਾਣ ਕੇ ਆਖਣ ਲੱਗੇ, ਹੇ ਭਾਗ ਵਾਲੀ, ਤੇਰੇ ਮਨ ਦੀ ਇੱਛਾ ਪੂਰੀ ਹੋਵੇ। ਸਾਰੇ ਨਗਰ ਵਿੱਚ ਵਧਾਈ ਦੇ ਬਾਜੇ ਵੱਜ ਰਹੇ ਹਨ। ਕੱਲ ਨੂੰ ਰਾਮ ਚੰਦਰ ਨੂੰ ਰਾਜ ਤਿਲਕ ਲਾਇਆ ਜਾਣਾ ਹੈ। ਤੂੰ ਵੀ ਸਗੜਾਂ ਦੇ ਚਾਅ ਪੂਰੇ ਕਰ। 2 ਬਚਨਾਂ ਦੀ ਕੀ ਬਾਤ ਹੈ, ਜੋ ਮੰਗੇਂਗੀ ਉਹੀ ਮਿਲੇਗਾ। ਇਹ ਸੁਣ ਕੇ ਕਕਈ ਇੱਕਦਮ ਤੜਫ ਉੱਠੀ, ਜਿਵੇਂ ਕਿਸੇ ਦੇ ਅੱਲੇ ਜ਼ਖਮ ਨੂੰ ਛੇੜਿਆ ਜਾਂਦਾ ਹੈ। ਲਖੀ ਨਾ ਭੂਪ ਕਪਟ ਚਤੁਰਾਈ, ਕੋਟ ਕੁਟਲ ਮਨ ਗੁਰੂ ਪੜਾਈ। ਮਹਾਰਾਜਾ ਉਸ ਦੀ ਕਪਟ ਭਰੀ ਚਤੁਰਾਈ ਨੂੰ ਨਹੀਂ ਸਮਝ ਸਕਿਆ, ਕਿਉਂਕਿ ਉਹ ਹਜ਼ਾਰਾਂ ਉਸਤਾਦਾਂ ਚੰਡੀ ਕੁਟਲ ਫਫੇ ਕੁੱਟਣੀ ਮਥੁਰਾ ਦੀ ਸਿਖਾਈ ਹੋਈ ਸੀ। ਜਦਪ ਨੀਤੀ ਨਪੁੰਨ ਨਰ ਨਾਹੂ, ਨਾਰੀ ਚਰਿਤ ਜਲ ਨਿਧੀ ਅਵਗਾਹੂ। ਕਪਟ ਸਨੇ ਬੜਾਏ ਬਹੋਰੀ, ਬੋਲੀ ਬੈਂਸ ਨੈਣ ਮੂੰਹ ਮੋਰੀ। ਭਾਵੇਂ ਰਾਜਾ ਦਸ਼ਰਥ ਰਾਜਨੀਤੀ ਵਿੱਚ ਬੜੇ ਨਿਪੁੰਨ ਸਨ, ਪਰ ਇਸਤਰੀ ਚਲਿੱਤਰ ਦਾ ਮਹਾਸਾਗਰ ਅਥਾਹ ਹੈ। ਕਕਈ ਕਪਟ ਪ੍ਰੇਮ ਨਾਲ ਅੱਖਾਂ ਝਮਕ ਚਿਹਰੇ ਦੀ ਦਸ਼ਾ ਬਦਲ ਮੁਸਕਰਾ ਕੇ ਬੋਲੀ, ਮਾਂਗ ਮਾਂਗ ਪੈ ਕਹਿਓ ਪੀਏ, ਕਬੂ ਨ ਦੇਹੋ ਨ ਲੇਹੋ। ਦੇਨ ਕਹਿਓ ਬਰਦਾਨ ਦੋਏ, ਤੇ ਪਾਵਤ ਸੰਦਿਓ ਸਿਆਪਤੀ ਰਾਮ ਜੈ ਜੈ ਰਾਮ। हे ਪਿਆਰੇ ਪ੍ਰੀਤਮ, ਮੰਗ ਦੀ ਰੱਟ ਲਾਈ ਜਾਂਦੇ ਹੋ, ਪਰ ਦਿੰਦੇ ਲੈਂਦੇ ਕੁਝ ਨਹੀਂ। ਮੈਨੂੰ ਤੁਸਾਂ ਨੇ ਵਰ ਦੇਣ ਲਈ ਕਿਹਾ ਸੀ, ਹੁਣ ਸ਼ੰਕਾ ਹੈ ਉਹ ਵੀ ਨਹੀਂ ਮਿਲਣਗੇ। ਝੂਠਿਓ ਹਮ ਹੀ ਦੋਛ ਜਨ ਦੇ ਹੋ, ਦੋਈ ਕੇ 4 ਮੰਗ ਮੁਕਲੇ ਹੋ। ਰਘੁਕੁਲ ਰੀਤ ਸਦਾ ਚੱਲਿਆਈ, ਪ੍ਰਾਣ ਜਾਈ ਬਰ ਬਚਨ ਨ ਜਾਈ। ਰਘੁਕੁਲ ਰੀਤ ਸਦਾ ਚੱਲਿਆਈ, ਪ੍ਰਾਣ ਜਾਈ ਬਰ ਬਚਨ ਨ ਜਾਈ। ਮਹਾਰਾਜਾ ਦਸ਼ਰਥ ਨੇ ਹੱਸ ਕੇ ਕਿਹਾ ਕਿ ਤੂੰ ਵਰ ਮੰਗਿਆ ਨਹੀਂ ਤੇ ਮੈਂ ਭੁੱਲ ਗਿਆ, ਕਿਉਂਕਿ ਮੇਰਾ ਸੁਭਾਅ ਭੁੱਲਣ ਵਾਲਾ ਹੈ। ਮੈਨੂੰ ਝੂਠਾ ਦੋਸ਼ ਨਾ ਦੇਵੋ।
2 ਵਾਰ ਦੇ ਬਦਲੇ 4 ਵਾਰ ਮੰਗ ਲਓ। ਰਘੂਕੁਲ ਦੀ ਰੀਤ ਹੈ ਕਿ ਪ੍ਰਾਣ ਭਾਵੇਂ ਚਲੇ ਜਾਣ ਪਰ ਬਚਨ ਨਾ ਜਾਏ। ਕਕਈ ਨੇ ਮਹਾਰਾਜ ਨੂੰ ਹੋਰ ਪੱਕਿਆਂ ਕਰਨ ਲਈ ਹੱਸ ਕੇ ਕਿਹਾ, ਸੱਚ ਆਖਦੇ ਹੋ? ਹਾਂ, ਰਾਮ ਦੀ ਸਹੁੰ ਖਾ ਕੇ ਸੱਚ ਆਖਦਾ ਹਾਂ। ਤੇਰੇ ਦੋਵੇਂ ਬਚਨ ਪੂਰੇ ਕਰਾਂਗਾ। ਰਘੂਕੁਲ ਕਦੇ ਬਚਨ ਦੇ ਕੇ ਝੂਠੀ ਨਹੀਂ ਹੁੰਦੀ। ਉਸ ਵੇਲੇ ਖੁਸ਼ੀ ਦੇ ਲੋਰ ਵਿੱਚ ਮਹਾਰਾਜ ਨੇ ਇਹ ਵੀ ਨਾ ਖਿਆਲ ਕੀਤਾ ਕਿ ਬਚਨ ਮਾੜੇ ਵੀ ਮੰਗੇ ਜਾ ਸਕਦੇ ਸਨ। ਇੱਕ ਬਚਨ ਇਹ ਪੂਰਾ ਕਰੋ ਕਿ ਰਾਮਚੰਦਰ ਨੂੰ 14 ਸਾਲ ਦਾ ਬਨਵਾਸ ਦਿਓ। ਦੂਸਰਾ, ਮੇਰੇ ਪੁੱਤਰ ਭਰਤ ਨੂੰ ਰਾਜ ਤਿਲਕ। ਉਹ ਨਾ ਡਰੀ ਤੇ ਨਾ ਘਬਰਾਈ। ਹੁਣੀ ਨੇ ਜੋ ਕੁਝ ਕਰਨਾ ਸੀ ਕਰ ਦਿੱਤਾ। ਕਕਈ ਦੇ ਇਹ ਬੋਲ ਸੁਣ ਕੇ ਰਾਜਾ ਦਸ਼ਰਥ ਦੇ ਬੁੱਲ ਖੁੱਲੇ ਰਹਿ ਗਏ, ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਉਸ ਦਾ ਹਿਰਦਾ ਕੰਬਣ ਲੱਗਾ, ਹੱਥ ਠੰਡੇ ਹੋ ਗਏ। ਰਾਮ ਤੇ ਸੀਤਾ ਦਾ ਚਿਹਰਾ ਅੱਡੀਆਂ ਅੱਖਾਂ ਅੱਗੇ ਆਇਆ। ਉਹ ਬੋਲ ਨਾ ਸਕਿਆ, ਬੁੱਲ ਫਰਕੀ ਜਾਣ ਲੱਗੇ। ਮਹਾਰਾਜ ਨੂੰ ਆਸ ਨਹੀਂ ਸੀ ਕਿ ਕਕਈ ਉਸ ਨਾਲ ਇੰਨਾ ਧੱਕਾ ਕਰੇਗੀ, ਵੈਰ ਕਰੇਗੀ। ਉਹ ਗੁੰਮ ਹੀ ਹੋ ਗਿਆ। ਉਸ ਦੀ ਜ਼ਬਾਨੋਂ ਸਿਰਫ ਇਹੋ ਨਿਕਲਿਆ, ਕਕਈ ਤੈਨੂੰ ਇੰਨੀ ਦੁਸ਼ਮਣੀ ਨਹੀਂ ਸੀ ਕਰਨੀ ਚਾਹੀਦੀ। ਅਜੇ ਸਮਾਂ ਹੈ, ਤਰੀਆ ਹੱਠ ਛੱਡ ਦੇ, ਹੋਰ ਕੁਝ ਮੰਗ ਲੈ, ਪਰ ਇਹ 2 ਬਚਨ ਨਾ ਮੰਗ। ਮਥੁਰਾ ਦੀ ਪਕਾਈ ਹੋਈ ਕਕਈ ਕਿਸੇ ਤੂਲ ਨਾ ਆਈ। ਕਮਨੇ ਅਵਸਰ ਕਾ ਭਇਓ, ਗਇਓ ਨਾਰੀ ਵਿਸ਼ਵਾਸ। जोग सिद्धि फल समय जमा, जत ही अविद्या नास सियापति राम। जय जय राम मेरे मन, बस्यो सीता राम करो कल्याण। जय प्रभु राम। किस समय की हो गया? इस्त्री ते भरोसा कीता तां मारिया गया। उसे तरह जिवें किसे जोग नूं सिद्धि मिलण दी थां उस वेले अविद्या ਉਸ ਦੇ ਜਤ ਨੂੰ ਨਸ਼ਟ ਕਰ ਦੇਵੇ। ਗਮ ਨਾਲ ਰਾਜੇ ਦੀ ਸਰੀਰਕ ਤੇ ਮਾਨਸਿਕ ਦਸ਼ਾ ਵਿਗੜ ਗਈ ਅਤੇ ਬੇਸੁਰਤ ਹੋ ਗਿਆ। ਸਾਰੀ ਰਾਤ ਹੋਸ਼ ਨਾ ਕੀਤੀ। ਜਦੋਂ ਹੋਸ਼ ਆਉਂਦੀ ਉਸ ਵੇਲੇ ਕਕਈ ਨੂੰ ਦੇਖ ਕੇ ਫਿਰ ਬੇਸੁਰਤ ਹੋ ਜਾਂਦਾ ਜਾਂ ਕਕਈ ਨੂੰ ਬੁਰਾ ਭਲਾ ਆਖਦਾ। ਇਸ ਤਰ੍ਹਾਂ ਮਹਾਰਾਜ ਦੀ ਦਸ਼ਾ ਵਿਗੜਦੀ ਗਈ। ਉਧਰ ਸ਼੍ਰੀ ਰਾਮਚੰਦਰ ਜੀ ਰਾਜ ਤਿਲਕ ਲਵਾਉਣ ਦੀ ਪੂਰੀ ਤਿਆਰੀ ਕਰਕੇ ਜਦੋਂ ਮਹਾਰਾਜ ਜੀ ਨੂੰ ਮਿਲਣ ਲਈ ਗਏ ਤਾਂ ਅੱਗੋਂ ਉਹ ਬੋਲ ਨਾ ਸਕੇ। ਸ਼੍ਰੀ ਰਾਮਚੰਦਰ ਜੀ ਬਹੁਤ ਹੈਰਾਨ ਹੋਏ। ਆਖਰ ਮਹਾਰਾਜ ਦੀ ਚੁੱਪ ਦਾ ਕਾਰਨ ਜ਼ਾਲਮ ਕਕਈ ਨੇ ਦੱਸ ਦਿੱਤਾ। ਬੇਟਾ ਰਾਮ, ਤੇਰੇ ਪਿਤਾ ਨੇ ਮੈਨੂੰ 2 ਬਚਨ ਦਿੱਤੇ ਸਨ ਜੋ ਹਾਲੇ ਤੱਕ ਅਮਾਨਤ ਸਨ। ਉਹ ਮੈਂ ਮੰਗ ਲਏ। ਪਹਿਲਾ ਇਹ ਕਿ ਤੈਨੂੰ 14 ਸਾਲ ਬਨਵਾਸ ਤੇ ਦੂਸਰਾ ਭਰਤ ਨੂੰ ਰਾਜ ਤਿਲਕ। ਰਾਜਾ ਜੀ ਤੁਸਾਂ ਨੂੰ ਦੱਸ ਨਹੀਂ ਸਕਦੇ ਕਿਉਂਕਿ ਤੁਸਾਂ ਨਾਲ ਉਹਨਾਂ ਦਾ ਬਹੁਤਾ ਪਿਆਰ ਹੈ। ਕੁਝ ਤੁਸਾਂ ਦੇ ਬਲ ਤੋਂ ਡਰਦੇ ਵੀ ਹਨ। ਤੁਸੀਂ ਨੇਕ ਪੁੱਤਰ ਹੋ। ਬਾਪ ਦੇ ਬਚਨਾਂ ਦੀ ਪਾਲਣਾ ਕਰਨਾ ਤੁਸਾਂ ਦਾ ਧਰਮ ਹੈ। ਠੀਕ ਹੈ ਮਾਤਾ ਜੀ। ਆਖ ਕੇ ਸ਼੍ਰੀ ਰਾਮਚੰਦਰ ਜੀ ਕਕਈ ਦੇ ਮਹਿਲ ਤੋਂ ਬਾਹਰ ਆ ਗਏ ਅਤੇ ਆਪਣੇ ਮਹਿਲ ਵਿੱਚ ਜਾ ਕਰ ਰਾਜ ਤਿਲਕ ਦੇ ਕੱਪੜੇ ਵਸਤਰ ਉਤਾਰ ਕੇ ਬਨਵਾਸ ਦੇ ਵਸਤਰ ਪਹਿਨ ਕੇ ਵਣ ਨੂੰ ਜਾਣ ਲਈ ਤਿਆਰ ਹੋ ਗਏ। ਜਦੋਂ ਸੀਤਾ ਜੀ ਨੂੰ ਪਤਾ ਲੱਗਾ ਕਿ ਸ਼੍ਰੀ ਰਾਮ ਜੀ ਵਣ ਨੂੰ ਜਾ ਰਹੇ ਹਨ ਤਾਂ ਸਤੀ ਸੀਤਾ ਨੇ ਰਾਜ ਮਹਿਲ ਤੇ ਰਾਜ ਸੁੱਖਾਂ ਦਾ ਤਿਆਗ ਕਰਕੇ ਆਪਣੇ ਪਤੀ ਪਰਮੇਸ਼ਰ ਦੇ ਦੁੱਖ ਸੁੱਖ ਵਿੱਚ ਸਹਾਈ ਹੋਣ ਲਈ ਇੱਕ ਸੰਨਿਆਸਨ ਦਾ ਰੂਪ ਧਾਰਨ ਕਰਕੇ ਜੰਗਲਾਂ ਨੂੰ ਜਾਣ ਲਈ ਤਿਆਰ ਹੋ ਗਈ। ਸ਼੍ਰੀ ਰਾਮ ਜੀ ਨੇ ਸੀਤਾ ਜੀ ਨੂੰ ਬਣ ਜਾਣ ਤੋਂ ਰੋਕਣ ਲਈ ਕਈ ਕਥਾ ਸੁਣਾਈਆਂ ਤੇ ਬਹੁਤ ਸਮਝਾਇਆ, ਪਰ ਉਸਨੇ ਇੱਕ ਨਾ ਸੁਣੀ ਅਤੇ ਕਿਹਾ ਕਿ ਇਸਤਰੀ ਧਰਮ ਵੀ ਮੈਨੂੰ ਮਜਬੂਰ ਕਰਦਾ ਹੈ ਕਿ ਮੈਂ ਆਪ ਜੀ ਦੇ ਨਾਲ ਦੁੱਖ ਸੁੱਖ ਵਿੱਚ ਸ਼ਾਮਲ ਹੋਵਾਂ। ਇਸ ਲਈ ਦਾਸੀ ਤਾਂ ਪਰਛਾਵੇਂ ਵਾਂਗ ਆਪ ਦੇ ਨਾਲ ਹੀ ਦੁੱਖ ਸੁੱਖ ਬਤੀਤ ਕਰੇਗੀ। ਜਦੋਂ ਲక్ష్మణ ਜੀ ਨੂੰ ਪਤਾ ਲੱਗਾ ਕਿ ਸ਼੍ਰੀ ਰਾਮ ਜੀ ਵਣ ਨੂੰ ਜਾ ਰਹੇ ਹਨ ਤਾਂ ਉਹ ਇਸ ਕੰਮ ਤੇ ਲੱਗੇ ਸਨ। ਉਸ ਨੂੰ ਉੱਥੇ ਹੀ ਛੱਡ ਕੇ ਪ੍ਰਭੂ ਜੀ ਪਾਸ ਆ ਕਰ ਬੇਨਤੀਆਂ ਕਰਨ ਲੱਗੇ
ਕਿ ਦਾਸ ਤਾਂ ਆਪ ਤੋਂ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦਾ। ਦਾਸ ਤਾਂ ਆਪ ਜੀ ਦੇ ਨਾਲ ਹੀ ਜੰਗਲਾਂ ਨੂੰ ਜਾਵੇਗਾ। ਜਦੋਂ ਲਛਮਣ ਨੇ ਵੀ ਸੀਤਾ ਜੀ ਤਰ੍ਹਾਂ ਹਠ ਕੀਤਾ ਤਾਂ ਪ੍ਰਭੂ ਜੀ ਨੇ ਲਛਮਣ ਨੂੰ ਵੀ ਨਾਲ ਜਾਣ ਦੀ ਆਗਿਆ ਦੇ ਦਿੱਤੀ। ਇਸ ਤਰ੍ਹਾਂ ਪ੍ਰਜਾ ਨੂੰ ਬੇਅਕਲ ਹੁੰਦੀ ਛੱਡ ਕੇ ਸ਼੍ਰੀ ਰਾਮ ਚੰਦਰ, ਸੀਤਾ ਅਤੇ ਲਛਮਣ ਤਿੰਨੇ ਬਨਵਾਸ ਨੂੰ ਚਲੇ ਗਏ। ਬਨਵਾਸ ਜਾਣ ਉਪਰੰਤ ਮਹਾਰਾਜਾ ਦਸ਼ਰਥ ਸ਼੍ਰੀ ਰਾਮ ਜੀ ਦੇ ਵਿਯੋਗ ਨਾਲ ਦਮ ਤੋੜ ਗਏ। ਜਦੋਂ ਭਰਤ ਨੂੰ ਖਬਰ ਮਿਲੀ ਤਾਂ ਉਹ ਸ਼੍ਰੀ ਰਾਮ ਜੀ ਦੇ ਵਿਛੋੜੇ ਵਿੱਚ ਵਿਆਕਲ ਹੋਇਆ। ਉਸਨੇ ਰਾਜ ਤਿਲਕ ਲੈਣ ਤੋਂ ਨਾ ਕਰ ਦਿੱਤੀ। ਬਣ ਵਿੱਚ ਜਾ ਕਰ ਆਪਣੇ ਵੀਰ ਸ਼੍ਰੀ ਰਾਮ ਜੀ ਨੂੰ ਮਿਲਿਆ ਅਤੇ ਵਾਪਸ ਆਉਣ ਲਈ ਬੇਨਤੀਆਂ ਕੀਤੀਆਂ ਅਤੇ ਕਿਹਾ ਕਿ ਮੈਂ ਜੰਗਲਾਂ ਵਿੱਚ ਰਹਾਂਗਾ, ਤੁਸੀਂ ਅਯੁੱਧਿਆਪੁਰੀ ਪੁੱਜ ਕੇ ਰਾਜ ਕਾਜ ਸੰਭਾਲੋ। ਪਰੰਤੂ ਸ਼੍ਰੀ ਰਾਮ ਜੀ ਵੱਲੋਂ ਵਾਪਸ ਆਉਣ ਤੋਂ ਇਨਕਾਰੀ ਕਰਨ ਤੇ ਸ਼੍ਰੀ ਰਾਮ ਜੀ ਦੀਆਂ ਖੜਾਵਾਂ ਲੈ ਕੇ ਵਾਪਸ ਆਇਆ ਤੇ ਰਾਜ ਸਿੰਘਾਸਨ ਪਰ ਸ਼੍ਰੀ ਰਾਮ ਜੀ ਦੀਆਂ ਖੜਾਵਾਂ ਰੱਖ ਦਿੱਤੀਆਂ ਤੇ ਆਪ ਅਯੁੱਧਿਆਪੁਰੀ ਤੋਂ ਬਾਹਰ ਇੱਕ ਕੁਟੀਆ ਬਣਾ ਕੇ ਸੇਵਕ ਬਣ ਕੇ ਰਾਜ ਪ੍ਰਬੰਧ ਦੀ ਸੰਭਾਲ ਕਰਦਾ ਰਿਹਾ। ਇੱਧਰ ਸ਼੍ਰੀ ਰਾਮਚੰਦਰ ਜੀ ਜੀਵਾਂ ਦੀ ਕਲਿਆਣ ਕਰਦੇ ਹੋਏ ਗੰਗਾ ਪਾਰ ਕਰਕੇ ਅੱਗੇ ਨੂੰ ਤੁਰ ਪਏ ਅਤੇ ਚਿੱਤਰਕੂਟ ਪੁੱਜ ਕੇ ਉੱਥੇ ਡੇਰਾ ਕੀਤਾ। ਇਸ ਤਰ੍ਹਾਂ ਚਲਦੇ ਚਲਦੇ ਦੰਡਕ ਬਾਣਾ ਪੁੱਜੇ ਅਤੇ ਪੰਚਵਟੀ ਕੁਟੀਆ ਬਣਾ ਕੇ ਰਹਿਣ ਲੱਗੇ। ਰਾਖਸ਼ਾਂ ਨੂੰ ਮਾਰਨ ਦਾ ਸਮਾਂ ਨੇੜੇ ਆ ਪੁੱਜਾ ਸੀ। ਜਿਸ ਮਨੋਰਥ ਵਾਸਤੇ ਪ੍ਰਭੂ ਜੀ ਨੇ ਅਵਤਾਰ ਧਾਰਿਆ ਸੀ ਉਹ ਕਾਰਜ ਹੋਣੇ ਸਨ ਅਤੇ ਰਾਖਸ਼ਾਂ ਦੇ ਖਾਤਮੇ ਲਈ ਹੀ ਇਹ ਵਿਧ ਬਣ ਰਹੀ ਸੀ। ਭਗਵਾਨ ਰਾਮ ਜੀ ਨੇ ਰਾਖਸ਼ਾਂ ਨੂੰ ਮਾਰਨ ਹਿੱਤ ਇਹ ਸਭ ਲੀਲਾ ਰਚੀ ਸੀ। ਇਸ ਲੀਲਾ ਮੁਤਾਬਕ ਹੀ ਰਾਜੇ ਰਾਵਣ ਦੀ ਭੈਣ ਸਰੂਪਨਖਾ ਇੱਥੇ ਆ ਪੁੱਜੀ। ਉਸ ਦੀ ਪਾਪ ਬਿਰਤੀ ਨੂੰ ਦੇਖ ਕੇ ਸ੍ਰੀ ਲਛਮਣ ਨੇ ਉਸ ਦਾ ਨੱਕ ਅਤੇ ਕੰਨ ਵੱਢ ਦਿੱਤਾ। ਭਗਵਾਨ ਸ਼੍ਰੀ ਰਾਮ ਜੀ ਨੇ ਯੁੱਧ ਦਾ ਸਮਾਂ ਨਜ਼ਦੀਕ ਆ ਜਾਣ ਤੇ ਸੀਤਾ ਜੀ ਨੂੰ ਅਗਨੀਵਾਸ ਕਰਵਾ ਦਿੱਤਾ। ਸਿਰਫ ਸੀਤਾ ਜੀ ਦਾ ਪ੍ਰਤੀਬਿੰਬ ਹੀ ਉੱਥੇ ਰਹਿ ਗਿਆ। ਸਰੂਪਨਖਾ ਪ੍ਰਭੂ ਜੀ ਵੱਲੋਂ ਰਚੀ ਰਾਖਸ਼ਾਂ ਦੇ ਖਾਤਮੇ ਦੀ ਲੀਲਾ ਨੂੰ ਅੱਗੇ ਤੋਰਦੀ ਹੋਈ ਆਪਣਾ ਨੱਕ ਅਤੇ ਕੰਨ ਕਟਵਾ ਕੇ ਆਪਣੇ ਭਰਾਵਾਂ ਖਰ ਤੇ ਦੂਖਣ ਪਾਸ ਗਈ, ਜੋ ਆਪਣੀ ਸੈਨਾ ਲੈ ਕੇ ਸ਼੍ਰੀ ਰਾਮ ਜੀ ਅਤੇ ਲਛਮਣ ਜੀ ਨਾਲ ਯੁੱਧ ਕਰਨ ਲਈ ਆਏ। ਜੋ ਯੁੱਧ ਵਿੱਚ ਦੋਵੇਂ ਭਰਾ ਹੀ ਕੁਝ ਸੈਨਾ ਸਮੇਤ ਮਾਰੇ ਗਏ ਅਤੇ ਜੋ ਸੈਨਾ ਬਚੀ ਉਹ ਵਾਪਸ ਭੱਜ ਗਈ। ਸਰੂਪਨਖਾ ਆਪਣੇ ਦੋਵਾਂ ਭਰਾਵਾਂ ਨੂੰ ਮਰਵਾ ਕੇ ਆਪਣੇ ਭਾਈ ਰਾਵਣ ਪਾਸ ਗਈ ਅਤੇ ਆਪਣੇ ਨੱਕ ਅਤੇ ਕੰਨ ਦੇ ਕੱਟੇ ਜਾਣ ਅਤੇ ਦੋਨਾਂ ਭਰਾਵਾਂ ਦੇ ਯੁੱਧ ਵਿੱਚ ਮਾਰੇ ਜਾਣ ਬਾਬਤ ਸਾਰਾ ਹਾਲ ਦੱਸਿਆ, ਜਿਸ ਕਾਰਨ ਉਸ ਦਾ ਭਾਈ ਰਾਵਣ ਸਾਧੂ ਦਾ ਭੇਸ ਧਾਰ ਕੇ ਪੰਚਵਟੀ ਆਇਆ ਤੇ ਸੀਤਾ ਨੂੰ ਧੋਖੇ ਨਾਲ ਚੁੱਕ ਕੇ ਲੰਕਾ ਲੈ ਗਿਆ। ਸ਼੍ਰੀ ਰਾਮਚੰਦਰ ਜੀ ਸੀਤਾ ਜੀ ਦੀ ਭਾਲ ਵਿੱਚ ਬਹੁਤ ਵਿਆਕਲ ਹੋਏ। ਸ਼੍ਰੀ ਰਾਮ ਜੀ ਅਤੇ ਲਛਮਣ ਜੀ ਸੀਤਾ ਜੀ ਦੀ ਭਾਲ ਕਰਨ ਲੱਗੇ। ਭਾਲ ਦੌਰਾਨ ਆਪ ਦਾ ਮੇਲ ਸੁਗਰੀਵ ਤੇ ਹਨੂਮਾਨ ਨਾਲ ਹੋਇਆ ਅਤੇ ਬਾਲੀ ਨੂੰ ਯੁੱਧ ਵਿੱਚ ਮਾਰਿਆ ਅਤੇ ਅੰਗਦ ਨੂੰ ਸਤਕਾਰਿਆ। ਕਿਸ਼ਕੰਧਾਪੁਰੀ ਤੋਂ ਹਨੂਮਾਨ ਜੀ ਤੇ ਹੋਰ ਬਾਨਰਾਂ ਵੱਲੋਂ ਸੀਤਾ ਜੀ ਦੀ ਭਾਲ ਕਰਨੀ ਸ਼ੁਰੂ ਕੀਤੀ ਗਈ ਅਤੇ ਭਾਲ ਕਰਦਿਆਂ ਪਤਾ ਲੱਗਾ ਕਿ ਸੀਤਾ ਜੀ ਰਾਵਣ ਦੀ ਅਸ਼ੋਕ ਵਾਟਕਾ ਵਿੱਚ ਹੈ। ਲੰਕਾ ਉੱਤੇ ਹਮਲਾ ਹੋਇਆ। ਉਸ ਹਮਲੇ ਵਿੱਚ ਰਾਵਣ ਆਪਣੇ ਪੁੱਤਰਾਂ ਸਮੇਤ ਮਾਰਿਆ ਗਿਆ। ਲੰਕਾ ਸਾੜੀ ਗਈ ਤੇ ਲੰਕਾ ਦਾ ਰਾਜ ਰਾਵਣ ਦੇ ਧਰਮੀ ਭਰਾ ਭੀਖਨ ਨੂੰ ਦੇ ਕੇ ਸੀਤਾ ਜੀ ਨੂੰ ਅਗਨੀ ਵਿੱਚੋਂ ਪ੍ਰਗਟ ਕੀਤਾ ਗਿਆ। ਅਗਨੀ ਮਾਤਾ ਨੇ ਸੀਤਾ ਜੀ ਨੂੰ ਸਾੜਿਆ ਨਹੀਂ, ਸਗੋਂ ਦੇਹ ਧਾਰ ਕੇ ਸੀਤਾ ਜੀ ਦਾ ਹੱਥ ਫੜ ਕੇ ਸ਼੍ਰੀ ਰਾਮ ਜੀ ਦੇ ਹੱਥ ਵਿੱਚ ਦੇ ਦਿੱਤਾ। ਸਭ ਦੀ ਨਜ਼ਰ ਵਿੱਚ ਸੀਤਾ ਜੀ ਨੂੰ ਪਵਿੱਤਰਤਾ ਪ੍ਰਾਪਤ ਹੋਣ ਤੇ ਸ਼੍ਰੀ ਰਾਮ ਜੀ ਸੀਤਾ ਅਤੇ ਭਾਈ ਲਛਮਣ ਸਮੇਤ ਅਯੁੱਧਿਆਪੁਰੀ ਪੁੱਜੇ। ਬਨਵਾਸ ਤੋਂ ਵਾਪਸ ਆਉਣ ਦੀ ਖੁਸ਼ੀ ਵਿੱਚ ਅਯੁੱਧਿਆਪੁਰੀ ਅਤੇ ਥਾਂ ਖੁਸ਼ੀਆਂ ਮਨਾਈਆਂ ਗਈਆਂ ਅਤੇ ਰਾਤ ਨੂੰ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਚਲਾਈ ਗਈ। ਦੀਵਾਲੀ ਦਾ ਇਹ ਪਵਿੱਤਰ ਤਿਉਹਾਰ
ਇਸ ਸ਼ੁਭ ਦਿਹਾੜੇ ਦੀ ਯਾਦ ਵਜੋਂ ਅੱਜ ਵੀ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਦੀਆਂ ਪ੍ਰਸਿੱਧ ਘਟਨਾਵਾਂ, ਜਿਨ੍ਹਾਂ ਵਿੱਚੋਂ ਸ਼੍ਰੀ ਰਾਮ ਜੀ ਤੇ ਲਛਮਣ ਦਾ ਮਹਾਰਿਸ਼ੀ ਵਿਸ਼ਵਾਮਿੱਤਰ ਨਾਲ ਜਾ ਕਰ ਯੱਗ ਸੰਪੂਰਨ ਕਰਾਉਣਾ, ਵੱਡੇ ਵੱਡੇ ਰਾਖਸ਼ਾਂ ਦਾ ਖਾਤਮਾ ਕਰਨਾ, ਤਾੜਕਾ ਰਾਖਸ਼ਣੀ ਨੂੰ ਮਾਰਨਾ, ਮਰੀਜ਼ ਨੂੰ ਹਾਰ ਦੇਣੀ, ਖਾਰਤੇ ਦੁਖਨ ਰਾਖਸ਼ਾਂ ਨੂੰ ਮਾਰਨਾ, ਛਿਲ ਪੱਥਰ ਹੋਈ ਹੱਲਿਆ ਦਾ ਉਧਾਰ ਕਰਨਾ, ਸ਼ਿਵ ਜੀ ਦਾ ਧਨੁਸ਼ ਤੋੜ ਕੇ ਸੀਤਾ ਸਵੰਬਰ ਜਿੱਤਣਾ, ਪਰਸ਼ੁਰਾਮ ਜੀ ਨੂੰ ਸਿੱਖਿਆ ਦੇਣੀ, ਬਨਵਾਸ ਨੂੰ ਜਾਣਾ, ਰਾਜਾ ਗੋਜੀ ਨਾਲ ਮੇਲ ਮਲਾ ਨੂੰ ਉਤਾਰਨਾ, ਰਾਮ ਭਰਤ ਮਲਾਪ ਸੁੱਕੇ ਹੋਏ ਦੰਡਕ ਬਨ ਨੂੰ ਹਰਿਆ ਭਰਿਆ ਕਰਨਾ, ਮਾਤਾ ਅਨਸੂਈਆ ਨਾਲ ਮੇਲ, ਭੀਲਣੀ ਦੇ ਝੂਠੇ ਬੇਰ ਛਕਣੇ ਅਤੇ ਉਸ ਨੂੰ ਸਤਿਕਾਰਨਾ, ਜਟਾਊ ਦਾ ਉਧਾਰ ਕਰਨਾ, ਸੁਗਰੀਵ ਤੇ ਹਨੂਮਾਨ ਦਾ ਮਲਾਪ, ਬਾਲੀ ਨਾਲ ਯੁੱਧ, ਇੱਕੋ ਸਮੇਂ ਤੀਰ ਮਾਰ ਕੇ ਤਾੜ ਦੇ 11 ਦਰਖਤਾਂ ਵਿੱਚੋਂ ਤੀਰ ਪਾਰ ਕਰਨਾ, ਮੰਡੋਪੀ ਰਾਖਸ਼ ਨੂੰ ਮਾਰਨਾ, ਸੁਗਰੀਵ ਨੂੰ ਰਾਜ ਤਿਲਕ ਅਤੇ ਅੰਗਦ ਨੂੰ ਸਤਿਕਾਰਨਾ, ਕੁੰਭਕਰਨ, ਮੇਘਨਾਥ ਅਤੇ ਰਾਵਣ ਨੂੰ ਯੁੱਧ ਵਿੱਚ ਮਾਰਨਾ, ਭਵੀਖਣ ਨੂੰ ਰਾਜ ਤਿਲਕ ਦੇਣਾ, ਸੀਤਾ ਜੀ ਨੂੰ ਅਗਨੀ ਪ੍ਰਵੇਸ਼ ਕਰਾਉਣਾ ਅਤੇ ਅਗਨੀ ਵਿੱਚੋਂ ਪ੍ਰਗਟ ਕਰਨਾ, ਅਸਮੇਧ ਯੱਗ ਕਰਨਾ। ਆਪ ਜੀ ਦੇ ਜੀਵਨ ਦੀਆਂ ਅਨੇਕਾਂ ਹੀ ਪ੍ਰਸਿੱਧ ਘਟਨਾਵਾਂ ਹਨ, ਜਿਨ੍ਹਾਂ ਦਾ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਬਨਵਾਸ ਤੋਂ ਵਾਪਸ ਆਉਣ ਦੀ ਖੁਸ਼ੀ ਵਿੱਚ ਕੁਝ ਦਿਨ ਖੁਸ਼ੀਆਂ ਦੇ ਸਗਨ ਮਨਾਉਣ ਉਪਰੰਤ ਸ਼੍ਰੀ ਰਾਮ ਚੰਦਰ ਜੀ ਨੂੰ ਰਾਜ ਤਿਲਕ ਦਿੱਤਾ ਗਿਆ। ਸ਼੍ਰੀ ਰਾਮ ਚੰਦਰ ਜੀ ਨੂੰ ਰਾਜ ਤਿਲਕ ਮਿਲਣ ਉਪਰੰਤ ਕੁਝ ਦਿਨ ਸੁਖ ਦੇ ਬੀਤੇ। ਪਰਮਾਤਮਾ ਦੀ ਮਿਹਰ ਨਾਲ ਸੀਤਾ ਜੀ ਦੀ ਕੁੱਖ ਹਰੀ ਹੋਈ। ਉਸ ਨੂੰ ਆਸ ਹੋਈ ਕਿ ਉਹ ਸੁੰਦਰ ਬਾਲਕ ਨੂੰ ਜਨਮ ਦੇ ਕੇ ਖਿਡਾਏਗੀ, ਭਾਗਾਂ ਵਾਲੀ ਬਣੇਗੀ, ਪਰ ਵਿਧਾਤਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪ੍ਰਭੂ ਸ਼੍ਰੀ ਰਾਮ ਜੀ ਦੀਆਂ ਹਾਲੇ ਬਹੁਤ ਸਾਰੀਆਂ ਲੀਲਾਵਾਂ ਕਰਨੀਆਂ ਬਾਕੀ ਸਨ। ਇੱਕ ਦਿਨ ਐਸਾ ਆਇਆ ਕਿ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਜੀ ਨੂੰ ਬਨਵਾਸ ਦਾ ਹੁਕਮ ਦੇ ਦਿੱਤਾ। ਤਿਆਗ ਤੇ ਬਨਵਾਸ ਦਾ ਹੁਕਮ ਦੇਣ ਦਾ ਕਾਰਨ ਸਿਰਫ ਪ੍ਰਜਾ ਵਿੱਚੋਂ ਉੱਠੀ ਆਵਾਜ਼ ਸੀ। ਤਿਆਗ ਅਤੇ ਬਨਵਾਸ ਦੇ ਹੁਕਮ ਕਾਰਨ ਸ਼੍ਰੀ ਲਛਮਣ ਜੀ ਸੀਤਾ ਜੀ ਨੂੰ ਰਿਸ਼ੀ ਵਾਲਮੀਕ ਜੀ ਦੇ ਆਸ਼ਰਮ ਦੇ ਨਜ਼ਦੀਕ ਛੱਡ ਆਏ ਸਨ। ਸੀਤਾ ਜੀ ਕਾਲੇ ਜੰਗਲਾਂ ਵਿੱਚੋਂ ਵਿਚਰਦੇ ਹੋਏ ਮਹਾਰਿਸ਼ੀ ਵਾਲਮੀਕ ਜੀ ਦੇ ਆਸ਼ਰਮ ਵਿੱਚ ਪੁੱਜੇ। ਉਸ ਸਥਾਨ ਨੂੰ ਅੱਜ ਕੱਲ੍ਹ ਰਾਮ ਤੀਰਥ ਆਖਿਆ ਜਾਂਦਾ ਹੈ, ਜੋ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ। ਰਿਸ਼ੀ ਵਾਲਮੀਕ ਜੀ ਦੇ ਆਸ਼ਰਮ ਵਿੱਚ ਰਹਿੰਦਿਆਂ ਹੋਇਆਂ ਸੀਤਾ ਜੀ ਦੀ ਪਵਿੱਤਰ ਕੁੱਖ ਤੋਂ ਦੋਹਾਂ ਰਾਜਕੁਮਾਰਾਂ ਲਾਭ ਅਤੇ ਕੁਸ਼ ਨੇ ਜਨਮ ਲਿਆ। ਦੋਵੇਂ ਰਾਜਕੁਮਾਰ ਜਵਾਨ ਹੋਏ ਤਾਂ ਮਹਾਰਿਸ਼ੀ ਵਾਲਮੀਕ ਜੀ ਨੇ ਉਹਨਾਂ ਨੂੰ ਸ਼ਾਸਤਰ ਤੇ ਸ਼ਸਤਰ ਵਿਦਿਆ ਦਿੱਤੀ। ਦੋਨੇ ਭਰਾ ਸ਼੍ਰੀ ਰਾਮ ਚੰਦਰ ਜਿਹੇ ਹੀ ਸੁੰਦਰ, ਜਵਾਨ ਅਤੇ ਬਲੀ ਸਨ। ਕੋਈ ਸੂਰਮਾ ਉਹਨਾਂ ਦੇ ਅੱਗੇ ਖੜ ਨਹੀਂ ਸਕਦਾ ਸੀ। ਇੱਧਰ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਚੱਕਰਵਰਤੀ ਰਾਜਾ ਹੋਣ ਦਾ ਐਲਾਨ ਕਰਨ ਲਈ ਅਸਮੇਧ ਜੱਗ ਦਾ ਘੋੜਾ ਛੱਡਿਆ ਤਾਂ ਘੋੜਾ ਸਾਰੇ ਫਿਰ ਆਇਆ, ਕਿਸੇ ਨੇ ਘੋੜਾ ਨਾ ਫੜਿਆ। ਜਦੋਂ ਇਹ ਘੋੜਾ ਵਾਲਮੀਕ ਜੀ ਦੇ ਆਸ਼ਰਮ ਲਾਗੇ ਪੁੱਜਾ ਤਾਂ ਲਵ ਅਤੇ ਕੁਸ਼ ਨੇ ਇਹ ਘੋੜਾ ਫੜ ਲਿਆ। ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਇਹ ਘੋੜਾ ਉਹਨਾਂ ਦੇ ਹੀ ਪਿਤਾ ਸ਼੍ਰੀ ਰਾਮ ਚੰਦਰ ਜੀ ਵੱਲੋਂ ਛੱਡਿਆ ਗਿਆ ਹੈ ਅਤੇ ਇਹ ਸਮੇਤ ਜੱਗ ਦਾ ਘੋੜਾ ਹੈ। ਇਸ ਨੂੰ ਫੜੀਦਾ ਨਹੀਂ, ਇਸ ਦੇ ਫੜਨ ਨਾਲ ਯੁੱਧ ਦਾ ਖਤਰਾ ਹੁੰਦਾ ਹੈ। ਇਸ ਤਰ੍ਹਾਂ ਘੋੜੇ ਦਾ ਪਤਾ ਲਗਾਉਂਦੇ ਹੋਏ ਸ਼ਤਰੂਘਨ ਅਤੇ ਲਛਮਣ ਜਦੋਂ ਵਾਲਮੀਕ ਜੀ ਦੇ ਆਸ਼ਰਮ ਲਾਗੇ ਪੁੱਜੇ ਤਾਂ ਪਤਾ ਲੱਗਾ ਕਿ ਇਹ ਘੋੜਾ ਲਵ ਅਤੇ ਕੁਸ਼ ਨਾਮ ਦੇ ਬੱਚਿਆਂ ਨੇ ਫੜ ਲਿਆ ਹੈ। ਸ਼ਤਰੂਘਨ ਅਤੇ ਲਛਮਣ ਨੇ ਲਵ ਅਤੇ ਕੁਸ਼ ਨੂੰ ਘੋੜਾ ਛੱਡਣ ਲਈ ਕਿਹਾ। ਜਦੋਂ ਲਵ ਅਤੇ ਕੁਸ਼ ਨੇ ਘੋੜਾ ਛੱਡਣ ਤੋਂ ਇਨਕਾਰੀ ਕਰ ਦਿੱਤੀ ਤਾਂ ਸ਼ਤਰੂਘਨ ਅਤੇ ਲਛਮਣ ਨੇ ਲਵ ਕੁਸ਼ ਨਾਲ ਯੁੱਧ ਕੀਤਾ। ਜੋ ਯੁੱਧ ਵਿੱਚ ਲਵ ਕੁਸ਼ ਹੱਥੋਂ ਮੁਰਸ਼ਦ ਹੋ ਗਏ ਅਤੇ ਫਿਰ ਭਰਤ ਜੀ ਯੁੱਧ ਲਈ ਆਏ ਅਤੇ ਉਹ ਵੀ ਸ਼ਤਰੂਘਨ ਅਤੇ ਲਛਮਣ ਦੀ ਤਰ੍ਹਾਂ ਹੀ ਯੁੱਧ ਕਰਦੇ ਹੋਏ ਮੁਰਸ਼ਦ ਹੋ ਗਏ। ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਸ਼ਤਰੂਘਨ, ਲਛਮਣ ਅਤੇ ਭਰਤ ਦੇ ਮੁਰਸ਼ਦ ਹੋਣ ਦੀ ਖਬਰ ਸੁਣੀ ਤਾਂ ਖੁਦ ਯੁੱਧ ਭੂਮੀ ਵਿਖੇ ਪਹੁੰਚੇ। ਉਹਨਾਂ ਦੇ ਨਾਲ ਹਨੂਮਾਨ, ਸੁਗਰੀਵ ਤੇ ਅੰਗਦ ਅਤੇ ਭਵੀਖਣ ਯੁੱਧ ਲਈ ਆਏ, ਜੋ ਸਮੇਤ ਯੱਗ ਵਿੱਚ ਸ਼ਾਮਲ ਹੋਣ ਲਈ ਅਯੁੱਧਿਆਪੁਰੀ ਵਿਖੇ ਆਏ ਹੋਏ ਸਨ।
ਸਭ ਤੋਂ ਪਹਿਲਾਂ ਹਨੂਮਾਨ ਅਤੇ ਫਿਰ ਸੁਗਰੀਵ ਤੇ ਅੰਗਦ ਤਿੰਨੇ ਸੂਰਮਿਆਂ ਨੇ ਵਾਰੋ ਵਾਰੀ ਲਾਭ ਅਤੇ ਕੁਸ਼ ਨਾਲ ਯੁੱਧ ਕੀਤਾ। ਇਹਨਾਂ ਤਿੰਨਾਂ ਨੂੰ ਹੀ ਲਾਭ ਅਤੇ ਕੁਸ਼ ਨੇ ਕੈਦੀ ਬਣਾ ਲਿਆ ਅਤੇ ਭੀਖਣ ਦੇ ਆਉਣ ਤੇ ਉਹ ਵੀ ਮੁਰਸ਼ਦ ਹੋ ਕੇ ਡਿੱਗ ਪਿਆ। ਜਦੋਂ ਸ਼੍ਰੀ ਰਾਮ ਜੀ ਨੇ ਇਹ ਦੇਖਿਆ ਜੋ ਉਸ ਦੇ ਬਲੀ ਭਰਾ ਅਤੇ ਹਨੂਮਾਨ, ਸੁਗਰੀਵ ਤੇ ਭੀਖਣ ਜਿਹੇ ਯੋਧੇ ਵੀ ਰਿਸ਼ੀ ਕੁਮਾਰਾਂ ਦਾ ਟੱਕਰਾ ਨਹੀਂ ਕਰ ਸਕੇ, ਤਾਂ ਆਪ ਖੁਦ ਧਨੁਸ਼ ਬਾਣ ਸੰਭਾਲਿਆ ਅਤੇ ਮੁਸਕਰਾਉਂਦੇ ਹੋਏ ਯੁੱਧ ਭੂਮੀ ਵਿਖੇ ਅੱਗੇ ਵਧੇ ਤੇ ਬਾਲਾਂ ਕੋਲ ਜਾ ਪੁੱਜੇ। ਸੁੰਦਰ ਬਾਲਾਂ ਨੂੰ ਵੇਖ ਕੇ ਸ਼੍ਰੀ ਰਾਮ ਚੰਦਰ ਜੀ ਦੇ ਹਿਰਦੇ ਦਾ ਮੋਹ ਜਾਗਿਆ। ਉਹ ਸੋਚਦੇ ਰਹੇ ਤੇ ਫਿਰ ਰਿਸ਼ੀ ਬਾਲਾਂ ਨੂੰ ਸੰਬੋਧਨ ਕਰਕੇ ਬੋਲੇ, ਹੇ ਰਿਸ਼ੀ ਕੁਮਾਰੋ, ਤੁਸਾਂ ਬੜਾ ਭਾਰੀ ਯੁੱਧ ਕੀਤਾ ਹੈ, ਵੱਡੇ ਵੱਡੇ ਬਲੀ ਮਾਰ ਦਿੱਤੇ ਹਨ, ਤੁਸਾਂ ਕੋਲ ਕੋਈ ਸ਼ਕਤੀ ਹੈ। ਮੈਂ ਤੁਸਾਂ ਨਾਲ ਯੁੱਧ ਕਰਨ ਨੂੰ ਤਿਆਰ ਹਾਂ। ਮੈਂ ਸਮਝਦਾ ਹਾਂ ਕਿ ਤੁਸੀਂ ਬੱਚੇ ਨਹੀਂ ਰਹੋਗੇ, ਇਸ ਲਈ ਯੁੱਧ ਕਰਨ ਦਾ ਵਿਚਾਰ ਛੱਡ ਦਿਓ। ਅਸਮੇਤ ਜੱਗ ਦਾ ਘੋੜਾ ਛੱਡ ਦਿਓ, ਘੋੜਾ ਹੁਣ ਰੱਖਣਾ ਠੀਕ ਨਹੀਂ। ਪਿਆਰੇ ਰਿਸ਼ੀ ਕੁਮਾਰਾਂ ਨੂੰ ਪਤਾ ਨਹੀਂ ਸੀ ਕਿ ਉਹ ਜਿਸ ਦੇ ਸਨਮੁਖ ਹਨ ਉਹ ਉਹਨਾਂ ਦਾ ਹੀ ਪਿਤਾ ਸ਼੍ਰੀ ਰਾਮ ਚੰਦਰ ਜੀ ਹੈ, ਜੋ ਵਿਸ਼ਨੂੰ ਅਵਤਾਰ ਹਨ। ਗਟ ਗਟ ਦੀ ਜਾਣਨਹਾਰ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਲਾਭ ਤੇ ਕੁਸ਼ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਯੁੱਧ ਕਰਨ ਨੂੰ ਤਿਆਰ ਹਾਂ, ਪਰ ਮੈਂ ਉਤਨਾ ਚਿਰ ਤੁਹਾਡੇ ਨਾਲ ਯੁੱਧ ਨਹੀਂ ਕਰ ਸਕਦਾ ਜਿੰਨਾ ਚਿਰ ਇਹ ਨਾ ਜਾਣਾ ਕਿ ਦੁਸ਼ਮਣ ਕੌਣ ਹੈ, ਕਿੱਥੇ ਜੰਮਿਆ ਹੈ ਅਤੇ ਤੁਹਾਡੇ ਮਾਤਾ ਤੇ ਪਿਤਾ ਦਾ ਨਾਮ ਕੀ ਹੈ। ਕੁਸ਼ ਨੇ ਉੱਤਰ ਦਿੱਤਾ, ਹੇ ਯੁੱਧਿਆਪਤੀ, ਸਾਡੇ ਮਾਤਾ ਜੀ ਸੀਤਾ ਜੀ ਹਨ, ਪਰੰਤੂ ਪਿਤਾ ਜੀ ਦਾ ਨਾਮ ਅਸੀਂ ਨਹੀਂ ਜਾਣਦੇ। ਮਾਤਾ ਜੀ ਦੱਸਦੇ ਨਹੀਂ, ਬਾਰ-ਬਾਰ ਪੁੱਛਣ ਤੇ ਇਹੋ ਆਖਦੇ ਹਨ ਕਿ ਸਮਾਂ ਆਉਣ ਪਰ ਸਭ ਪਤਾ ਲੱਗ ਜਾਵੇਗਾ। ਇਹ ਪਤਾ ਨਹੀਂ ਸਮਾਂ ਕਦੋਂ ਆਉਣਾ ਹੈ ਜਾਂ ਇਸ ਵਿੱਚ ਕੀ ਭੇਤ ਹੈ। ਸ਼੍ਰੀ ਰਾਮ ਚੰਦਰ ਜੀ ਨੇ ਦਿਲ ਹੀ ਦਿਲ ਵਿੱਚ ਖੁਸ਼ ਹੋ ਕੇ ਕਿਹਾ, ਉਹ ਸਮਾਂ ਹੁਣ ਆ ਹੀ ਚੁੱਕਿਆ ਹੈ। ਪਰ ਚੁੱਪ ਰਹੇ ਤੇ ਉਹਨਾਂ ਆਕਾਸ਼ ਵੱਲ ਦੇਖਿਆ ਜਿਵੇਂ ਉਹ ਕੁਝ ਸੋਚ ਰਹੇ ਸਨ ਅਤੇ ਕਿਸੇ ਨੂੰ ਉਡੀਕ ਰਹੇ ਸਨ। ਇਸ ਤਰ੍ਹਾਂ ਲਾਭ ਅਤੇ ਕੁਸ਼ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨਾਲ ਯੁੱਧ ਸੰਬੰਧੀ ਬਹਿਸਬਾਜ਼ੀ ਕਰ ਹੀ ਰਹੇ ਸਨ ਕਿ ਸੀਤਾ ਜੀ ਦੋ ਆਸ਼ਰਮ ਸਖੀਆਂ ਨੂੰ ਨਾਲ ਲੈ ਕੇ ਯੁੱਧ ਭੂਮੀ ਵਿੱਚ ਆਣ ਪੁੱਜੀ, ਜਿੱਥੇ ਲਛਮਣ, ਭਰਤ, ਸ਼ਤਰੂਘਨ ਅਤੇ ਦੂਸਰੇ ਸੂਰਬੀਰ ਲਾਭ ਅਤੇ ਕੁਸ਼ ਦੇ ਹੱਥੋਂ ਮਾਰ ਖਾ ਕੇ ਮੁਰਸ਼ਦ ਹੋਏ ਪਏ ਸਨ। ਸੀਤਾ ਜੀ ਨੇ ਦੂਰੋਂ ਹੀ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਵੱਲ ਸੀਸ ਝੁਕਾਇਆ ਅਤੇ ਉਹਨਾਂ ਦੀ ਚਰਨ ਧੂੜ ਲੈ ਕੇ ਮੱਥੇ ਪਰ ਲਾ ਲਈ। ਉਸ ਦਾ ਲੂੰ ਪ੍ਰਸੰਨ ਹੋ ਗਿਆ। ਇਸ ਦੇ ਪਿੱਛੋਂ ਲਾਭ ਅਤੇ ਕੁਸ਼ ਪਾਸ ਜਾ ਕੇ ਬੋਲੀ, ਪੁੱਤਰੋ, ਇਹ ਤੁਸਾਂ ਕੀ ਕੀਤਾ? ਸਭ ਆਪਣਿਆਂ ਨੂੰ ਹੀ ਧਰਤੀ ਪਰ ਸੁਆ ਦਿੱਤਾ। ਮੈਂ ਇਹ ਸਭ ਕੁਝ ਨਹੀਂ ਦੇਖ ਸਕਦੀ। ਲਵ ਕੁਸ਼ ਨੂੰ ਮਾਤਾ ਜੀ ਦੀਆਂ ਗੱਲਾਂ ਦੀ ਕੁਝ ਸਮਝ ਨਹੀਂ ਸੀ ਆ ਰਹੀ ਕਿ ਮਾਤਾ ਜੀ ਕਿਸ ਤਰ੍ਹਾਂ ਇਹਨਾਂ ਨੂੰ ਜਾਣਦੇ ਸਨ, ਪਰੰਤੂ ਮਾਤਾ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸ਼ਸਤਰ ਧਰਤੀ ਪਰ ਸੁੱਟ ਦਿੱਤੇ ਅਤੇ ਅੰਗਦ, ਸੁਗਰੀਵ ਤੇ ਹਨੂਮਾਨ ਨੂੰ ਰੁੱਖ ਨਾਲੋਂ ਖੋਲ ਕੇ ਆਜ਼ਾਦ ਕੀਤਾ ਅਤੇ ਸੀਤਾ ਜੀ ਨੇ ਮਨ ਵਿੱਚ ਆਪਣੀ ਪਵਿੱਤਰਤਾ ਦਾ ਖਿਆਲ ਕਰਕੇ ਪਵਿੱਤਰ ਗੰਗਾ ਜਲ ਦਾ ਛਿੱਟਾ ਮਾਰਿਆ ਤਾਂ ਮੁਰਸ਼ਦ ਹੋਏ ਸਭ ਸੂਰਮੇ ਰਾਮ ਰਾਮ ਕਰਦੇ ਹੋਏ ਉੱਠ ਖੜੇ ਹੋਏ। ਮਾਤਾ ਸੀਤਾ ਜੀ ਨੇ ਲਾਭ ਤੇ ਕੁਸ਼ ਨੂੰ ਪ੍ਰਭੂ ਜੀ ਦੀਆਂ ਲੀਲਾਵਾਂ ਤੇ ਉਹਨਾਂ ਦੇ ਭਾਣੇ ਵਿੱਚ ਰਹਿਣ ਬਾਰੇ ਸਮਝਾਇਆ ਅਤੇ ਪ੍ਰਭੂ ਸ਼੍ਰੀ ਰਾਮ ਜੀ, ਲਛਮਣ, ਭਰਤ ਅਤੇ ਸ਼ਤਰੂਘਨ ਬਾਰੇ ਦੱਸਿਆ ਅਤੇ ਬਾਕੀ ਸੂਰਮਿਆਂ ਬਾਰੇ ਵੀ ਜਾਣਕਾਰੀ ਦਿੱਤੀ। ਲਾਭ ਅਤੇ ਕੁਸ਼ ਨੇ ਆਪਣੇ ਪਿਆਰੇ ਪਿਤਾ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੇ ਚਰਨ ਫੜ ਲਏ ਅਤੇ ਸ਼੍ਰੀ ਰਾਮ ਜੀ ਨੇ ਆਪਣੇ ਪਿਆਰੇ ਰਾਜਕੁਮਾਰਾਂ ਨੂੰ ਚੁੱਕ ਕੇ ਹਿਰਦੇ ਨਾਲ ਲਾ ਲਿਆ। ਮੋਹ ਜਾਗ ਪਿਆ। ਪੁੱਤਰ ਪਿਆਰ ਹਰ ਇੱਕ ਪੁਰਸ਼ ਦੇ ਹਿਰਦੇ ਵਿੱਚ ਅਟੁੱਟ ਹੁੰਦਾ ਹੈ। ਸੀਤਾ ਜੀ ਨੇ ਸ਼੍ਰੀ ਰਾਮ ਜੀ ਦੇ ਚਰਨਾਂ ਨੂੰ ਆਪਣੇ ਨੈਣਾਂ ਰਾਹੀਂ ਹਿਰਦੇ ਵਿੱਚ ਵਸਾਇਆ ਹੋਇਆ ਸੀ। ਉਹ ਖੁਸ਼ੀ ਵਿੱਚ ਆਪਾ ਭੁੱਲ ਗਏ ਅਤੇ ਅਡੋਲ ਖਲੋਤੇ ਰਹੇ ਤੇ ਨੈਣ ਮੀਟੇ ਗਏ। ਇਸ ਬਾਬਤ ਜਦੋਂ ਆਸ਼ਰਮ ਵਿੱਚ ਪਤਾ ਲੱਗਾ ਤਾਂ ਮਹਾਰਿਸ਼ੀ ਵਾਲਮੀਕ ਜੀ ਫੁੱਲ ਬਰਸਾਉਂਦੇ ਹੋਏ ਉੱਥੇ ਪਹੁੰਚੇ ਤਾਂ ਸ਼੍ਰੀ ਰਾਮ ਚੰਦਰ ਜੀ ਨੇ ਅੱਗੇ ਹੋ ਕੇ ਸ਼੍ਰੀ ਵਾਲਮੀਕ ਜੀ ਦੇ ਚਰਨ ਛੂਹੇ ਅਤੇ ਮਹਾਰਿਸ਼ੀ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ। ਸ਼੍ਰੀ ਰਾਮ ਜੀ ਨੇ ਫਰਮਾਇਆ, ਮਹਾਰਿਸ਼ੀ ਜੀ, ਇਹ ਸਭ ਤੁਹਾਡੀ ਹੀ ਕਿਰਪਾ ਦਾ ਫਲ ਹੈ। ਹੁਣ ਤੁਸੀਂ ਕਿਰਪਾ ਕਰਕੇ ਸੀਤਾ ਤੇ ਰਾਜਪੁੱਤਰਾਂ ਸਮੇਤ ਅਯੁੱਧਿਆਪੁਰੀ ਪੁੱਜੋ ਅਤੇ ਇਸ ਸਮੇਤ ਯੱਗ ਸੰਪੂਰਨ ਕਰੋ।
ਅਤੇ ਨਾਲ ਹੀ ਸੰਸਾਰ ਦੀਆਂ ਅੱਖਾਂ ਵਿੱਚ ਸੀਤਾ ਜੀ ਦੀ ਪਵਿੱਤਰਤਾ ਨੂੰ ਪ੍ਰਤੱਖ ਕਰੋ। ਮਹਾਰਿਸ਼ੀ ਵਾਲਮੀਕ ਜੀ ਨੇ ਸ਼੍ਰੀ ਰਾਮ ਜੀ ਦਾ ਇਹ ਸੱਦਾ ਪ੍ਰਵਾਨ ਕਰ ਲਿਆ ਅਤੇ ਕਿਹਾ ਕਿ ਤੁਸੀਂ ਸਭ ਪਹੁੰਚੋ, ਅਸੀਂ ਵੀ ਸਮੇਂ ਸਿਰ ਪਹੁੰਚ ਜਾਵਾਂਗੇ। ਇਸ ਤਰ੍ਹਾਂ ਮਹਾਰਿਸ਼ੀ ਵਾਲਮੀਕ ਜੀ ਲਵ ਕੁਸ਼ ਸੀਤਾ ਅਤੇ ਹੋਰ ਬਹੁਤ ਸਾਰੀਆਂ ਤਪਸਨੀਆਂ ਸਹਿਤ ਯੱਗਸ਼ਾਲਾ ਵਿਖੇ ਪਹੁੰਚੇ ਤਾਂ ਜੋ ਲਵ ਕੁਸ਼ ਦਾ ਆਪਣੇ ਪਿਤਾ ਨਾਲ ਪੱਕਾ ਮਿਲਾਪ ਹੋ ਸਕੇ ਤੇ ਸੀਤਾ ਜੀ ਦੀ ਪਵਿੱਤਰਤਾ ਵੀ ਸਭ ਦੇ ਸਾਹਮਣੇ ਪ੍ਰਤੱਖ ਹੋ ਜਾਏ, ਤਾਂ ਜੋ ਭਵਿੱਖ ਵਿੱਚ ਮਾਤਾ ਸੀਤਾ ਜੀ ਤੇ ਕੋਈ ਦੋਸ਼ ਨਾ ਲਾ ਸਕੇ। ਯੱਗਸ਼ਾਲਾ ਵਿੱਚ ਪਹੁੰਚ ਕੇ ਸ਼੍ਰੀ ਮਹਾਰਿਸ਼ੀ ਵਾਲਮੀਕ ਜੀ ਸਰਜੂ ਨਦੀ ਦੇ ਕਿਨਾਰੇ ਇੱਕ ਕੁਟੀਆ ਵਿੱਚ ਰੁਕੇ ਅਤੇ ਉਹਨਾਂ ਨੇ ਯੱਗਸ਼ਾਲਾ ਵਿੱਚ ਪੁੱਜਦੇ ਹੀ ਲਵ ਅਤੇ ਕੁਸ਼ ਨੂੰ ਸੱਦ ਕੇ ਪ੍ਰੇਮ ਨਾਲ ਸਮਝਾਇਆ ਤੇ ਕਿਹਾ, ਪੁੱਤਰੋ, ਯੱਗਸ਼ਾਲਾ ਵਿੱਚ ਸ਼੍ਰੀ ਰਾਮ ਚੰਦਰ ਜੀ ਦੇ ਸਥਾਨ ਤੇ ਦਰਵਾਜ਼ੇ ਪਰ ਜਾ ਕੇ ਖੜੇ ਹੋ ਕੇ ਰਾਮ ਚਰਿੱਤਰ ਦੇ ਗੀਤ ਗਾਓ। ਭਗਵਾਨ ਰਾਮ ਜੀ ਸੱਦਣ ਤਾਂ ਉਹਨਾਂ ਦੇ ਕੋਲ ਚਲੇ ਜਾਣਾ। ਮਹਾਰਿਸ਼ੀ ਵਾਲਮੀਕ ਜੀ ਦੇ ਕਹਿਣ ਤੇ ਲਵ ਤੇ ਕੁਸ਼ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਉਹਨਾਂ ਦੇ ਦਰਵਾਜ਼ੇ ਤੇ ਜਾ ਕਰ ਬਹੁਤ ਹੀ ਸੁੰਦਰ ਮਧੁਰ ਆਵਾਜ਼ ਵਿੱਚ ਰਾਮ ਚਰਿੱਤਰ ਗਾਇਆ। ਵਾਲਮੀਕ ਜੀ ਦੀ ਤਪੋ ਸ਼ਕਤੀ ਨਾਲ ਉਹਨਾਂ ਦੀ ਆਵਾਜ਼ ਬੜੀ ਰਸੀਲੀ ਬਣ ਗਈ ਸੀ। ਉਹ ਜਦੋਂ ਗਾਉਣ ਲੱਗੇ ਤਾਂ ਸਭ ਦੀ ਸੂਰਤ ਉਹਨਾਂ ਵੱਲ ਖਿੱਚੀ ਗਈ। ਯੱਗਸ਼ਾਲਾ ਵਿੱਚ ਸਾਰੇ ਬੈਠਿਆਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਬੱਚੇ ਸ਼੍ਰੀ ਰਾਮ ਚੰਦਰ ਜੀ ਦੇ ਹੀ ਪਿਆਰੇ ਰਾਜਕੁਮਾਰ ਹਨ, ਪਰੰਤੂ ਵਿਸ਼ਨੂੰ ਅਵਤਾਰ ਭਗਵਾਨ ਰਾਮ ਜੀ ਸਾਰੀ ਲੀਲਾ ਨੂੰ ਜਾਣਦੇ ਸਨ ਅਤੇ ਇਸ ਸਮੇਂ ਬਾਲਕਾਂ ਵੱਲ ਖਿੱਚੇ ਜਾ ਰਹੇ ਸਨ। ਤੇ ਉਧਰ ਸਭ ਰਾਜੇ ਮਹਾਰਾਜੇ ਤੇ ਹੋਰ ਪ੍ਰਾਹੁਣੇ ਇਹ ਵੇਖ ਕੇ ਹੈਰਾਨ ਹੋ ਰਹੇ ਸਨ ਕਿ ਇਹਨਾਂ ਬਾਲਕਾਂ ਦੀ ਸ਼ਕਲ ਸ਼੍ਰੀ ਰਾਮ ਜੀ ਨਾਲ ਇੰਨ ਬਿੰਨ ਮਿਲਦੀ ਹੈ। ਭਗਵਾਨ ਸ਼੍ਰੀ ਰਾਮ ਜੀ ਨੇ ਪੁੱਛਿਆ, ਹੈ ਬਾਲਕੋ, ਇਹ ਕਵੀ ਕਿਸ ਵਿਦਵਾਨ ਨੇ ਉਚਾਰਿਆ ਹੈ? ਉਹ ਕੌਣ ਹੈ ਜਿਸ ਨੇ ਗਿਆਨ ਦਾ ਸੂਰਜ ਪ੍ਰਕਾਸ਼ ਕੀਤਾ? ਭਗਵਾਨ ਦੇ ਇਹ ਬਚਨ ਸੁਣ ਕੇ ਲਵ ਨੇ ਹੱਥ ਜੋੜ ਕੇ ਨਿਮਰਤਾ ਨਾਲ ਉੱਤਰ ਦਿੱਤਾ, ਹੈ ਰਾਜਨ, ਅਸੀਂ ਜੋ ਕਵਿਤਾ ਗਾ ਰਹੇ ਹਾਂ ਇਹ ਅਸਾਂ ਦੇ ਗੁਰਦੇਵ ਮਹਾਰਿਸ਼ੀ ਜੀ ਦੀ ਰਚਨਾ ਹੈ। ਉਹ ਆਪ ਵੀ ਯੱਗਸ਼ਾਲਾ ਪਧਾਰੇ ਹਨ। ਜਦੋਂ ਬਾਲਕ ਕੁਝ ਰਮਾਇਣ ਦਾ ਹਿੱਸਾ ਗਾ ਚੁੱਕੇ ਸਨ ਤਾਂ ਪ੍ਰਭੂ ਸ਼੍ਰੀ ਰਾਮ ਜੀ ਨੇ ਉਹਨਾਂ ਨੂੰ ਕੋਲ ਸੱਦ ਕੇ ਪਿਆਰਿਆ ਅਤੇ ਮਿੱਠੇ ਬਚਨਾਂ ਨਾਲ ਪੁੱਛਿਆ, ਹੈ ਬਾਲਕੋ, ਤੁਸੀਂ ਅਸਾਂ ਨੂੰ ਇੰਨੇ ਪਿਆਰੇ ਲੱਗਦੇ ਹੋ, ਕੀ ਤੁਹਾਡਾ ਦਿਲ ਕਰਦਾ ਹੈ ਦਰਬਾਰ ਵਿੱਚ ਰਹੋ ਅਤੇ ਰਾਜਕੁਮਾਰ ਬਣੋ? ਭਗਵਾਨ ਦੇ ਇਹ ਬਚਨ ਸੁਣ ਕੇ ਕੁਛ ਬੋਲਿਆ, ਹੈ ਰਾਜਨ, ਜਿਵੇਂ ਅਸਾਂ ਦੇ ਗੁਰਦੇਵ ਜੀ ਆਖਣਗੇ ਅਸੀਂ ਤਿਵੇਂ ਹੀ ਕਰਾਂਗੇ। ਅਸੀਂ ਤਾਂ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਹੈ, ਉਹ ਹੀ ਸਾਡੇ ਸਭ ਕੁਝ ਹਨ। ਆਪ ਦੀ ਕਿਰਪਾ ਹੈ ਕਿ ਆਪ ਨੇ ਸਾਨੂੰ ਸਤਿਕਾਰਿਆ ਹੈ। ਭਗਵਾਨ ਸਭ ਕੁਝ ਜਾਣਦੇ ਹੋਏ ਵੀ ਕਿਸੇ ਦੇ ਸਾਹਮਣੇ ਭੇਤ ਨਹੀਂ ਸਨ ਖੋਲ੍ਹ ਰਹੇ। ਭਗਵਾਨ ਜੀ ਨੇ ਪੁੱਛਿਆ, ਰਿਸ਼ੀ ਵਾਲਮੀਕ ਜੀ ਕਿੱਥੇ ਹਨ? ਮਹਾਰਾਜ ਬਾਹਰ ਸਰਜੂ ਕਿਨਾਰੇ ਕੁਟੀਆ ਵਿੱਚ ਜੋ ਯੱਗ ਦੇ ਮੰਡਲ ਵਿੱਚ ਆਏ ਹੋਏ ਹਨ। ਭਗਵਾਨ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸਨ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕਈ ਸਾਲ ਪਹਿਲਾਂ ਦਾ ਉਹ ਦ੍ਰਿਸ਼ ਆਇਆ ਜਦੋਂ ਕਿ ਉਹਨਾਂ ਗਰਭਵਤੀ ਸੀਤਾ ਨੂੰ ਲੋਕ ਚਰਚਾ ਦੇ ਡਰ ਤੋਂ ਬਨਵਾਸ ਦੇ ਦਿੱਤਾ ਸੀ ਅਤੇ ਲక్ష్మణ ਜੀ ਨੂੰ ਦਰਿਆ ਗੰਗਾ ਦੇ ਤੱਟ ਪਰ ਮਹਾਰਿਸ਼ੀ ਵਾਲਮੀਕ ਜੀ ਦੇ ਆਸ਼ਰਮ ਪਾਸ ਛੱਡ ਆਉਣ ਦਾ ਹੁਕਮ ਦਿੱਤਾ ਸੀ। ਕੋਈ ਭੁਲੇਖਾ ਬਾਕੀ ਨਾ ਰਹਿਣ ਪਰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨੇ ਦੋਹਾਂ ਬਾਲਕਾਂ ਨੂੰ ਹਿਰਦੇ ਨਾਲ ਲਗਾ ਕੇ ਪਿਆਰ ਕੀਤਾ ਅਤੇ ਕਿਹਾ ਕਿ ਪਿਆਰੇ ਬੱਚਿਓ, ਹੁਣ ਤੁਸੀਂ ਸਾਡੇ ਪਾਸ ਹੀ ਰਹੋ। ਪੁੱਤਰਾਂ ਨੂੰ ਹਿਰਦੇ ਨਾਲ ਲਾਉਣ ਪਿੱਛੋਂ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਇੱਕ ਦੂਤ ਰਾਹੀਂ ਮਹਾਰਿਸ਼ੀ ਵਾਲਮੀਕ ਜੀ ਨੂੰ ਸੁਨੇਹਾ ਭੇਜਿਆ ਕਿ ਸੀਤਾ ਜੀ ਇਸ ਅਸਮੇਧ ਯੱਗ ਵਿੱਚ ਪਧਾਰੇ ਸਭ ਰਿਸ਼ੀਆਂ ਮੁਨੀਆਂ ਤੇ ਰਾਜੇ ਮਹਾਰਾਜਿਆਂ ਦੇ ਸਾਹਮਣੇ ਆਪਣੀ ਸੁਧੀ ਦਾ ਆਪ ਦੀ ਇੱਛਾ ਅਨੁਸਾਰ ਸਬੂਤ ਦੇਣ, ਤਾਂ ਜੋ ਰਘੂਕੁਲ ਅਤੇ ਸੀਤਾ ਜੀ ਦੇ ਨਾਮ ਪਰ ਕਿਸੇ ਤਰ੍ਹਾਂ ਦਾ ਕਲੰਕ ਬਾਕੀ ਨਾ ਰਹਿ ਜਾਵੇ। ਮਹਾਰਿਸ਼ੀ ਵਾਲਮੀਕ ਜੀ ਨੇ ਉੱਤਰ ਵਿੱਚ ਸੁਨੇਹਾ ਭੇਜਿਆ ਕਿ ਸੀਤਾ ਜੀ ਹਰ ਤਰ੍ਹਾਂ ਦੀ ਪ੍ਰੀਖਿਆ ਦੇਣ ਲਈ ਤਿਆਰ ਹਨ। ਤੁਸੀਂ ਜਿੱਥੇ ਕਹੋ ਉਹ ਸੰਸਾਰ ਦੀ ਪੂਰੀ ਤਰ੍ਹਾਂ ਤਸੱਲੀ ਕਰਾ ਦੇਣਗੇ। ਪ੍ਰਭੂ ਸ਼੍ਰੀ ਰਾਮ ਜੀ ਮਹਾਰਿਸ਼ੀ ਵਾਲਮੀਕ ਜੀ ਦਾ ਇਹ ਸੁਨੇਹਾ ਸੁਣ ਕੇ ਬਹੁਤ ਪ੍ਰਸੰਨ ਹੋਏ। ਭਗਵਾਨ ਸ਼੍ਰੀ ਰਾਮ ਜੀ ਸਭ ਨੂੰ ਦੱਸਣਾ ਚਾਹੁੰਦੇ ਸਨ ਕਿ ਸੀਤਾ ਜੀ ਬਿਲਕੁਲ ਪਾਕ ਪਵਿੱਤਰ ਹਨ।
ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਜੀ ਦੀ ਪ੍ਰੀਖਿਆ ਵਾਸਤੇ ਉਚੇਚੀ ਖਾਲੀ ਥਾਂ ਚੁਣੀ ਤਾਂ ਜੋ ਸਭ ਦੁਨੀਆ ਉਹ ਲੁਭਾਏਵਾਨ ਦ੍ਰਿਸ਼ ਦੇਖ ਸਕੇ, ਤਾਂ ਜੋ ਸੀਤਾ ਜੀ ਅਤੇ ਰਘੂਕੁਲ ਦੀ ਪਵਿੱਤਰਤਾ ਬਾਰੇ ਸਭ ਨੂੰ ਨਿਸ਼ਚਾ ਹੋ ਜਾਵੇ। ਭਾਰੀ ਸਮਾਗਮ ਵਿੱਚ ਜਿੱਥੇ ਸਭ ਰਿਸ਼ੀ ਮੁਨੀ, ਦੇਵਤੇ, ਰਾਜੇ, ਮਹਾਰਾਜੇ ਅਤੇ ਭਾਰੀ ਸੰਗਤ ਦਾ ਇਕੱਠ ਠਾਠਾਂ ਮਾਰਿਆ ਸੀ, ਇਸ ਭਰੀ ਸਭਾ ਵਿੱਚ ਸੀਤਾ ਜੀ ਆਪਣੇ ਧਰਮ ਪਿਤਾ ਮਹਾਰਿਸ਼ੀ ਵਾਲਮੀਕ ਜੀ ਸਮੇਤ ਯੱਗ ਸਥਾਨ ਪਰ ਪਧਾਰੇ। ਸੀਤਾ ਜੀ ਦੇ ਚਿਹਰੇ ਦੀ ਪਵਿੱਤਰ ਚਮਕ ਦੇਖ ਕੇ ਸਭ ਦੇ ਸਿਰ ਉਹਨਾਂ ਦੇ ਚਰਨਾਂ ਵੱਲ ਝੁਕ ਗਏ ਸਨ। ਇਸ ਸਮੇਂ ਸਾਰੀ ਯੱਗਸ਼ਾਲਾ ਸ਼੍ਰੀ ਰਾਮ ਚੰਦਰ ਜੀ ਅਤੇ ਸੀਤਾ ਜੀ ਦੀ ਜੈ ਜੈਕਾਰ ਦੇ ਨਾਰਿਆਂ ਨਾਲ ਗੂੰਜ ਰਹੀ ਸੀ। ਇਸ ਭਾਰੀ ਸਭਾ ਨੂੰ ਸੰਬੋਧਨ ਕਰਦਿਆਂ ਹੋਇਆਂ ਮਹਾਰਿਸ਼ੀ ਵਾਲਮੀਕ ਜੀ ਨੇ ਮਾਤਾ ਸੀਤਾ ਜੀ ਦੀ ਪਵਿੱਤਰਤਾ ਬਾਰੇ ਸਾਰੀ ਸਭਾ ਨੂੰ ਨਿਸ਼ਚਾ ਕਰਾਇਆ ਕਿ ਸੀਤਾ ਜੀ ਗੰਗਾ ਜਲ ਦੀ ਤਰ੍ਹਾਂ ਨਰਮਲ ਅਤੇ ਪਾਕ ਪਵਿੱਤਰ ਹੈ। ਵਾਲਮੀਕ ਜੀ ਨੇ ਜਦੋਂ ਦੇਖਿਆ ਕਿ ਸੀਤਾ ਜੀ ਕਿਸੇ ਵੱਲ ਤੱਕਿਆ ਨਹੀਂ, ਹੈਰਾਨ ਖਲੋਤੇ ਸਨ। ਉਹ ਕੋਈ ਸੋਚ ਰਹੇ ਸਨ। ਉਸ ਸਮੇਂ ਸੀਤਾ ਜੀ ਤਿਆਗੀ ਹੋ ਰਹੇ ਸਨ। ਮਹਾਰਿਸ਼ੀ ਵਾਲਮੀਕ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਬੇਟੀ, ਤੁਸੀਂ ਸਭ ਦੇ ਸਨਮੁਖ ਆਪਣੀ ਪਵਿੱਤਰਤਾ ਦੀ ਪ੍ਰੀਖਿਆ ਦਿਓ। ਭਗਵਾਨ ਸਭ ਕੁਝ ਜਾਣਦੇ ਹਨ, ਜੋ ਵਿਸ਼ਨੂੰ ਅਵਤਾਰ ਹਨ, ਜੋ ਲੋਕ ਚਰਚਾ ਨੂੰ ਖਤਮ ਕਰਨਾ ਚਾਹੁੰਦੇ ਹਨ। ਰਘੂਕੁਲ ਪਵਿੱਤਰ ਕੁਲ ਹੈ। ਮਹਾਰਿਸ਼ੀ ਵਾਲਮੀਕ ਜੀ ਅਤੇ ਸ਼੍ਰੀ ਰਾਮ ਚੰਦਰ ਜੀ ਦੇ ਹੁਕਮ ਨੂੰ ਭਲਾ ਸੀਤਾ ਜੀ ਕਿਵੇਂ ਮੋੜ ਸਕਦੇ ਸਨ। ਉਹ ਅੱਗੇ ਵਧੇ। ਉਹਨਾਂ ਨੇ ਇੱਕ ਵਾਰ ਆਪਣੇ ਪਿਆਰੇ ਰਾਮ ਜੀ ਦੇ ਚਰਨਾਂ ਦਾ ਧਿਆਨ ਕੀਤਾ ਤੇ ਦੋਵੇਂ ਹੱਥ ਜੋੜ ਕੇ ਪਹਿਲਾਂ ਆਕਾਸ਼ ਵੱਲ ਤੱਕਿਆ ਤੇ ਮੁੜ ਧਰਤੀ ਵੱਲ ਧਿਆਨ ਕਰ ਲਿਆ। ਪ੍ਰੀਖਿਆ ਸਭਾ ਵਿੱਚ ਬੈਠੇ ਸਭ ਹੈਰਾਨ ਸਨ ਕਿ ਪ੍ਰਭੂ ਜੀ ਕੀ ਭਾਣਾ ਵਰਤਾ ਰਹੇ ਸਨ। ਉਸ ਸਮੇਂ ਸੀਤਾ ਜੀ ਵੱਲੋਂ ਧਰਤੀ ਮਾਤਾ ਅੱਗੇ ਪੁਕਾਰ ਕੀਤੀ ਕਿ ਹੇ ਧਰਤੀ ਮਾਤਾ ਜੀ, ਮੇਰਾ ਜਨਮ ਤੇਰੇ ਵਿੱਚੋਂ ਹੋਇਆ ਹੈ। ਮੈਂ ਤੇਰੀ ਪੁੱਤਰੀ ਹਾਂ ਅਤੇ ਤੇਰੇ ਵਿੱਚ ਹੀ ਸਮਾ ਜਾਣਾ ਚਾਹੁੰਦੀ ਹਾਂ, ਕਿਉਂਕਿ ਹੋ ਸਕਦਾ ਹੈ ਕਿ ਮੇਰੇ ਤੇ ਹੋਰ ਸ਼ੱਕ ਕੀਤਾ ਜਾਏ। ਮਨੁੱਖ ਬੁੱਧੀ ਹੌਲੀ ਵੀ ਹੋ ਸਕਦੀ ਹੈ। ਮੇਰੇ ਤੇ ਰਹਿਮ ਕਰ, ਮਿਹਰ ਦੀ ਨਜ਼ਰ ਕਰ। ਹੇ ਧਰਤੀ ਮਾਤਾ ਜੀ, ਤੁਸੀਂ ਸਭ ਕੁਝ ਜਾਣਦੇ ਹੋ। ਜੇ ਮੈਂ ਪਵਿੱਤਰ ਹਾਂ, ਪਤੀਵਰਤਾ ਨਾਰੀ ਹਾਂ ਤਾਂ ਰਾਹ ਦੇ। ਜੇ ਮੈਂ ਪਾਪਣ ਹੋਵਾਂ, ਜੇ ਮੈਂ ਸ਼੍ਰੀ ਰਾਮ ਜੀ ਤੋਂ ਬਿਨਾਂ ਕਿਸੇ ਪਰ ਪੁਰਸ਼ ਦਾ ਸੁਪਨੇ ਵਿੱਚ ਵੀ ਖਿਆਲ ਕੀਤਾ ਹੋਵੇ ਤਾਂ ਤੂੰ ਵੀ ਮੈਨੂੰ ਬੇਸ਼ੱਕ ਤਿਆਗ ਦੇ। ਮੇਰੇ ਵਾਸਤੇ ਕਿਤੇ ਵੀ ਕੋਈ ਥਾਂ ਨਾ ਰਹੇ। ਅਗਰ ਮੈਂ ਪਵਿੱਤਰ ਹਾਂ ਤਾਂ ਮੈਨੂੰ ਆਪਣੀ ਗੋਦ ਵਿੱਚ ਬਿਠਾ ਲੈ ਅਤੇ ਮੈਨੂੰ ਆਪਣੇ ਵਿੱਚ ਸਮਾ ਲੈ। ਧਰਤੀ ਮਾਤਾ ਨੇ ਆਪਣੀ ਪਿੱਤਰ ਪੁੱਤਰੀ ਦੀ ਪੁਕਾਰ ਸੁਣੀ ਤਾਂ ਉਸ ਵੇਲੇ ਕੜ ਹੋਈ। ਸਾਰੀ ਧਰਤੀ ਹਿੱਲ ਗਈ, ਜਿਵੇਂ ਭੁਚਾਲ ਆਉਣ ਤੇ ਹਿੱਲਦੀ ਹੈ। ਸਭ ਦੇ ਦੇਖਦਿਆਂ ਧਰਤੀ ਪਾਟ ਗਈ। ਧਰਤੀ ਦੇ ਪਾੜ ਵਿੱਚੋਂ ਇੱਕ ਪੰਘੂੜਾ ਨਿਕਲਿਆ, ਜਿਹੜਾ ਸੁੰਦਰ ਬਣਿਆ ਹੋਇਆ ਸੀ। ਫੁੱਲ ਲੱਗੇ ਹੋਏ ਸਨ। ਉਹ ਭਗਵਾਨ ਦਾ ਭੇਜਿਆ ਹੋਇਆ ਵਿਮਾਨ ਸੀ। ਉਸ ਵੇਲੇ ਸੀਤਾ ਜੀ ਨੂੰ ਸ੍ਰਿਸ਼ਟੀ ਦਾ ਕੋਈ ਗਿਆਨ ਨਾ ਰਿਹਾ। ਉਸ ਦੀ ਸਮਾਧੀ ਧਰਤੀ ਨਾਲ ਲੱਗੀ ਸੀ। ਉਸ ਪੰਘੂੜੇ ਸਿੰਘਾਸਨ ਨੂੰ ਕਾਲੇ ਨਾਗਾਂ ਨੇ ਆਪਣੀਆਂ ਸਿਰੀਆਂ ਉੱਪਰ ਚੁੱਕਿਆ ਹੋਇਆ ਸੀ, ਜਿਸ ਵਿੱਚੋਂ ਸੁੰਦਰ ਨਾਰੀ ਦੇ ਰੂਪ ਵਿੱਚ ਧਰਤੀ ਮਾਤਾ ਪ੍ਰਗਟ ਹੋਈ। ਸਭ ਨੇ ਨਮਸਕਾਰ ਕੀਤੀ। ਧਰਤੀ ਮਾਤਾ ਮੁਸਕਰਾਈ। ਉਸ ਦੀ ਮੁਸਕਰਾਹਟ ਨੇ ਸੀਤਾ ਜੀ ਦੀ ਬਿਰਤੀ ਉਖੇੜੀ। ਉਸ ਦੀ ਸਮਾਧੀ ਖੋਲੀ। ਉਸ ਨੇ ਨੇਤਰ ਖੋਲ ਕੇ ਦੇਖਿਆ। ਆ ਮੇਰੀ ਪਵਿੱਤਰ ਪੁੱਤਰੀ, ਧਰਤੀ ਮਾਤਾ ਨੇ ਆਵਾਜ਼ ਦਿੱਤੀ। ਨਾਲ ਹੀ ਆਪਣੀਆਂ ਬਾਹਾਂ ਵਧਾ ਕੇ ਉਸ ਨੇ ਸੀਤਾ ਜੀ ਦੇ ਹੱਥ ਫੜ ਲਏ। ਸੀਤਾ ਜੀ ਨੇ ਸ਼੍ਰੀ ਰਾਮ ਚੰਦਰ ਜੀ ਵੱਲ ਤੱਕਿਆ। ਉਹਨਾਂ ਦੀ ਚਰਨ ਧੂੜ ਪ੍ਰਾਪਤ ਕਰਨ ਵਾਸਤੇ ਅੱਗੇ ਵਧਣ ਲੱਗੀ ਤਾਂ ਧਰਤੀ ਮਾਤਾ ਨੇ ਉਸ ਦੇ ਹੱਥ ਨਾ ਛੱਡੇ। ਸੀਤਾ ਜੀ ਨੇ ਕਿਹਾ, ਮਾਤਾ ਜੀ, ਪ੍ਰਭੂ ਜੀ ਦੇ ਚਰਨਾਂ ਦੀ ਧੂੜ ਲਏ ਬਿਨਾ ਮੈਂ ਸ਼ਾਂਤ ਨਹੀਂ ਹੋ ਸਕਦੀ। ਮੈਨੂੰ ਚਰਨ ਧੂੜ ਲੈ ਕੇ ਮੱਥੇ ਲਾ ਲੈਣ ਦਿਓ। ਦਇਆ ਕਰੋ, ਮਿਹਰ ਕਰੋ ਮਾਤਾ ਜੀ। ਧਰਤੀ ਮਾਤਾ ਨੇ ਸੀਤਾ ਜੀ ਦੇ ਹੱਥ ਛੱਡ ਦਿੱਤੇ। ਸੀਤਾ ਜੀ ਨੇ ਭਗਵਾਨ ਰਾਮਚੰਦਰ ਜੀ ਦੇ ਚਰਨਾਂ ਤੇ ਦੂਰੋਂ ਹੀ ਨਮਸਕਾਰ ਕੀਤੀ ਅਤੇ ਚਰਨਾਂ ਦੀ ਧੂੜ ਲੈ ਕੇ ਮੱਥੇ ਨੂੰ ਲਾਈ। ਮੁੜ ਧਰਤੀ ਮਾਤਾ ਦੇ ਇਸ਼ਾਰਾ ਕਰਨ ਤੇ ਸਿੰਘਾਸਨ ਵਿੱਚ ਧਰਤੀ ਮਾਤਾ ਦੇ ਕੋਲ ਬੈਠ ਗਈ। ਆਕਾਸ਼ ਵਿੱਚੋਂ ਜੈ ਜੈਕਾਰ ਹੋਈ, ਫੁੱਲਾਂ ਦੀ ਵਰਖਾ ਹੋਈ। ਰਿਸ਼ੀਆਂ ਮੁਨੀਆਂ ਨੇ ਸ਼ੰਖ ਪੂਰੇ। ਜੈ ਧਰਤੀ ਮਾਤਾ, ਜੈ ਸੀਤਾ ਮਾਤਾ। ਧਰਤੀ ਮਾਤਾ ਦੇ ਇਸ਼ਾਰੇ ਨਾਲ ਹੌਲੀ ਹੌਲੀ ਫੁੱਲਾਂ ਦਾ ਤਖਤ ਧਰਤੀ ਵਿੱਚ ਅਲੋਪ ਹੋ ਗਿਆ। ਧਰਤੀ ਦਾ ਪਾੜ
ਮਿਟ ਗਿਆ। ਮਹਾਰਿਸ਼ੀ ਵਾਲਮੀਕ ਜੀ ਅਤੇ ਹੋਰ ਰਿਸ਼ੀਆਂ ਮੁਨੀਆਂ ਨੇ ਸੀਤਾ ਜੀ ਦੀ ਪਿੱਤਰਤਾ ਤੇ ਉਪਮਾ ਵਿੱਚ ਗੀਤ ਉਚਾਰੇ ਤੇ ਗੁਣ ਗਾਏ, ਭਜਨ ਕੀਰਤਨ ਕੀਤਾ। ਲਵ ਤੇ ਕੁਸ਼ ਹੈਰਾਨ ਹੋ ਕੇ ਇਹ ਦ੍ਰਿਸ਼ ਦੇਖਦੇ ਰਹੇ ਤੇ ਸੀਤਾ ਜੀ ਦੇ ਵਿਛੋੜੇ ਦਾ ਉਹਨਾਂ ਦੇ ਬਹੁਤ ਡੂੰਘਾ ਅਸਰ ਹੋਇਆ। ਧਰਤੀ ਵਿੱਚੋਂ ਹੀ ਪੈਦਾ ਹੋਈ ਧਰਤੀ ਮਾਤਾ ਦੀ ਪੁੱਤਰੀ ਸੀਤਾ ਜੀ ਧਰਤੀ ਵਿੱਚ ਹੀ ਸਮਾ ਗਈ। ਮਾਤਾ ਸੀਤਾ ਜੀ ਦੇ ਧਰਤੀ ਵਿੱਚ ਸਮਾ ਜਾਣ ਤੇ ਮਹਾਰਿਸ਼ੀ ਵਾਲਮੀਕ ਜੀ ਨੇ ਸ਼੍ਰੀ ਰਾਮਚੰਦਰ ਜੀ ਨੂੰ ਫਰਮਾਇਆ ਕਿ ਇਹ ਦੋਵੇਂ ਬਾਲਕ ਸੀਤਾ ਜੀ ਦੀ ਯਾਦ ਆਪ ਦੇ ਪੁੱਤਰ ਹਨ। ਹੁਣ ਇਹਨਾਂ ਨੂੰ ਰਾਜ ਭਵਨ ਵਿੱਚ ਲੈ ਜਾਓ, ਇਹ ਆਪ ਵਾਂਗ ਹੀ ਮਹਾਬਲੀ ਹੋਣਗੇ। ਸੀਤਾ ਜੀ ਦੇ ਵਿਛੋੜੇ ਅਤੇ ਉਹਨਾਂ ਨਾਲ ਹੋਏ ਅਨਿਆਂ ਕਾਰਨ ਪ੍ਰਭੂ ਸ਼੍ਰੀ ਰਾਮਚੰਦਰ ਜੀ ਵਿਆਕੁਲ ਹੋ ਰਹੇ ਸਨ। ਤਾਂ ਉਸ ਸਮੇਂ ਬ੍ਰਹਮਾ ਜੀ ਪ੍ਰਗਟ ਹੋਏ। ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਨੂੰ ਧੀਰਜ ਦਿੰਦੇ ਹੋਏ ਫਰਮਾਇਆ ਕਿ ਸੀਤਾ ਜੀ ਆਪ ਨੂੰ ਪਰਮ ਧਾਮ ਵਿੱਚ ਮਿਲਣਗੇ। ਤੁਸੀਂ ਵਾਲਮੀਕ ਜੀ ਦੇ ਰਾਹੀਂ ਜਿਸ ਮਹਾਕਵੀ ਦਾ ਪ੍ਰਕਾਸ਼ ਹੋਇਆ ਹੈ ਉਸ ਨੂੰ ਸਰਵਣ ਕਰੋ। ਇਸ ਤਰ੍ਹਾਂ ਅਸਮੇਧ ਯੱਗ ਹੁੰਦਾ ਰਿਹਾ ਅਤੇ ਸ਼੍ਰੀ ਰਾਮਚੰਦਰ ਜੀ ਨੇ ਲਵ ਕੁਸ਼ ਪਾਸੋਂ ਰਮਾਇਣ ਦਾ ਰਹਿੰਦਾ ਹਿੱਸਾ ਸੁਣਨਾ ਸ਼ੁਰੂ ਕੀਤਾ। ਪ੍ਰਭੂ ਸ਼੍ਰੀ ਰਾਮ ਜੀ ਵੱਲੋਂ ਕਰੀਬ 10,000 ਸਾਲ ਧਰਮ ਦਾ ਰਾਜ ਕਰਨ ਉਪਰੰਤ ਭਰਤ, ਲਛਮਣ, ਸ਼ਤਰੂਘਨ ਦੇ ਪੁੱਤਰਾਂ ਅਤੇ ਲਵ ਕੁਸ਼ ਨੂੰ ਰਾਜ ਭਾਗ ਦੇ ਕਰ ਪ੍ਰਭੂ ਜੀ ਆਪਣੇ ਪਰਮ ਧਾਮ ਵਿਖੇ ਜਾ ਬਿਰਾਜੇ। ਪ੍ਰਭੂ ਸ਼੍ਰੀ ਰਾਮਚੰਦਰ ਜੀ ਅਤੇ ਸੀਤਾ ਜੀ ਦੀ ਕਥਾ ਸੁਣਨ ਵਾਲੇ ਦੇ ਮਨ ਵਿੱਚ ਧਰਮ ਲਗਨ ਅਤੇ ਸਿਦਕ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਮਾਂ-ਬਾਪ ਦੀ ਆਗਿਆ ਮੰਨਣ ਦਾ ਉਪਦੇਸ਼ ਮਿਲਦਾ ਹੈ। ਸਿਦਕ ਅਤੇ ਧਰਮ ਪਾਲਣ ਕਾਰਨ ਹੀ ਸੀਤਾ ਜੀ ਦਾ ਨਾਮ ਪਹਿਲਾਂ ਲਿਆ ਜਾਂਦਾ ਹੈ। ਸੱਚ ਅਤੇ ਧਰਮ ਦੀ ਸਦਾ ਹੀ ਜੈ ਜੈਕਾਰ ਹੁੰਦੀ ਹੈ। ਜੀਵਨ ਸਫਲ ਹੁੰਦਾ ਹੈ ਜਿਸ ਨਾਲ ਜੀਵ ਦੀ ਕਲਿਆਣ ਹੁੰਦੀ ਹੈ। ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ। ਬੋਲ ਸਤਿਗੁਰਦੇਵ ਮਹਾਰਾਜ ਕੀ ਜੈ। ਹੇ ਮੇਰੀ ਮਾਈ ਸੱਚੀਆਂ ਜੋਤਾਂ ਵਾਲੀ ਮਾਤਾ